ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ 'ਚ ਅੱਜ ਗੱਲ ਧਰਮ ਦੀ ਆਜ਼ਾਦੀ ਦੀ। ਧਰਮ ਸਾਡੀ ਨਿਜਤਾ ਦਾ ਹਿੱਸਾ ਹੈ। ਸੰਵਿਧਾਨ ਸਾਨੂੰ ਆਜ਼ਾਦੀ ਦਿੰਦਾ ਹੈ ਕਿ ਅਸੀਂ ਧਰਮ ਕੋਈ ਵੀ ਅਪਣਾਈਏ, ਸਨਮਾਨ ਸਭ ਦਾ ਕਰਨਾ ਹੈ। ਪਰ ਪੰਜਾਬ ਦੇ ਵਿੱਚ ਧਰਮ ਦੀ ਚੋਣ ਦੇ ਉੱਤੇ ਬਵਾਲ ਹੋ ਰਿਹਾ ਹੈ। ਜਿਹਾਂ ਇਲਜ਼ਾਮ ਨੇ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤੇ ਧਰਮ ਪਰਿਵਰਤਨ ਦੇ ਮੁੱਦੇ ਤੇ ਜਥੇਦਾਰ ਸਾਹਿਬ ਦੇ ਵੱਲੋਂ ਸਖਤ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜ਼ਬਰੀ ਧਰਮ ਪਰਿਵਰਤਨ ਬਰਦਾਸ਼ਤ ਨਹੀਂ ਹੋਵੇਗਾ। ਤੇ ਜਥੇਦਾਰ ਸਾਹਿਬ ਦੇ ਵੱਲੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ, ਜਿੱਥੇ ਕੁਝ ਸਿੱਖ ਆਗੂਆਂ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਹੈ। ਪਰ ਅੱਜ ਸਵਾਲ ਹੈ ਕਿ ਜੋ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਕਿ ਉਹ ਆਪਣੀ ਖੁਸ਼ੀ, ਆਪਣੀ ਮਰਜ਼ੀ ਦੇ ਨਾਲ ਉਹਨਾਂ ਦੇ ਵੱਲੋਂ ਨਵੇਂ ਧਰਮ ਦਾ ਰਾਹ ਚੁਣਿਆ ਜਾ ਰਿਹਾ ਹੈ ਤੇ ਆਖਿਰ ਉਹਨਾਂ ਦੇ ਵੱਲੋਂ ਧਰਮ ਪਰਿਵਰਤਨ ਕੀਤਾ ਕਿਉਂ ਜਾ ਰਿਹਾ ਹੈ, ਇਹਨੂੰ ਵੀ ਸਮਝਣ ਦੀ ਲਾਜ਼ਮੀ ਤੌਰ ਤੇ ਜ਼ਰੂਰਤ ਹੈ। ਜੋ ਲਾਲਚ ਦੇਣ ਦੇ ਇਲਜ਼ਾਮ ਲੱਗਦੇ ਨੇ, ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ ਲੱਗਦੇ ਨੇ, ਉਹਨਾਂ ਦੇ ਵਿੱਚ ਕਿੰਨਾ ਦਮ ਹੈ। ਤੇ ਸਰਹੱਦੀ ਇਲਾਕਿਆਂ ਦਾ ਜ਼ਿਆਦਾ ਜ਼ਿਕਰ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਅਜਿਹੇ ਮਾਮਲੇ ਜ਼ਿਆਦਾ ਨੇ ਤੇ ਜੇਕਰ ਹੈਗੇ ਨੇ ਤਾਂ ਫਿਰ ਕਿਉਂ ਨੇ, ਕਿ ਸਰਹੱਦੀ ਇਲਾਕੇ 'ਚ ਕਿਉਂ ਇਸ ਤਰੀਕੇ ਨਾਲ ਜ਼ਿਆਦਾ ਮਾਮਲੇ ਨੇ ਤੇ ਕੀ ਧਰਮ ਪਰਿਵਰਤਨ ਕਰਨ ਵਾਲਿਆਂ 'ਚ ਜ਼ਿਆਦਾ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹੈ ਜਾਂ ਸਾਰੇ ਧਰਮਾਂ ਦੇ ਲੋਕਾਂ ਦੀ ਹੈ। ਮੈਂ ਖਾਸ ਤੌਰ ਤੇ ਪੰਜਾਬ ਦਾ ਜ਼ਿਕਰ ਕਰ ਰਿਹਾ ਹਾਂ। ਖੈਰ, ਜਥੇਦਾਰ ਸਾਹਿਬ ਤੋਂ ਲੈ ਕੇ ਐਸਜੀਪੀਸੀ ਦੇ ਰੁਖ ਤੋਂ ਸਾਫ਼ ਹੈ ਕਿ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਹੁਣ ਸਿੱਖ ਜਥੇਬੰਦੀਆਂ ਆਰ ਪਾਰ ਦੇ ਰੌਂ ਦੇ ਵਿੱਚ ਨੇ। ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਸਿੱਖਾਂ ਦੇ ਕੀਤੇ ਜਾ ਰਹੇ ਧਰਮ ਪਰਿਵਰਤਨ ਤੇ ਸ਼੍ਰੋਮਣੀ ਕਮੇਟੀ ਸਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਿੰਤਤ ਨਜ਼ਰ ਆ ਰਹੇ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਬਰਨ ਧਰਮ ਪਰਿਵਰਤਨ ਨੂੰ ਨਾ ਬਰਦਾਸ਼ਤਯੋਗ ਦੱਸਿਆ। ਅੰਮ੍ਰਿਤਸਰ 'ਚ ਨਿਹੰਗਾਂ ਅਤੇ ਈਸਾਈ ਪਾਸਟਰਾਂ 'ਚ ਹੋਈ ਝੜਪ ਤੇ ਬੋਲਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਨੂੰ ਧਰਮ ਪਰਿਵਰਤਨ ਖਿਲਾਫ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹਨਾਂ ਨਿਹੰਗਾਂ ਸਿੰਘਾਂ ਦੇ ਉੱਤੇ ਕੋਈ 150 ਦੇ ਕਰੀਬ ਸਿੱਖਾਂ ਦੇ ਉੱਤੇ ਪਰਚੇ ਜਿਹੜੇ ਆ 295 ਧਾਰਾ ਤਹਿਤ ਜਿਹੜੀ ਆ ਉਹ ਦਰਜ ਕਰ ਦਿੱਤੇ ਗਏ, ਜੋ ਬਹੁਤ ਮੰਦਭਾਗਾ ਹੈ। ਪੰਜਾਬ ਦੀ ਧਰਤੀ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਭਾਰਤ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਔਰ ਫੌਰੀ ਤੌਰ ਦੇ ਉੱਤੇ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਹੈ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਨਿਹੰਗ ਸਿੰਘਾਂ ਖਿਲਾਫ ਦਰਜ ਕੀਤੇ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਹੈ ਕਿ 5 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ 'ਚ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ। ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਰਚੇ ਜਿਹੜੇ ਦਰਜ ਕੀਤੇ ਨੇ, ਇਹਨਾਂ ਨੂੰ ਤੁਰੰਤ ਜਿਹੜਾ ਹੈ ਉਹ ਰੱਦ ਕੀਤਾ ਜਾਵੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਇਹਨਾਂ ਨਿਹੰਗਾਂ ਸਿੰਘਾਂ ਦੇ ਨਾਲ ਖੜਾ ਹੈ ਔਰ ਖੜਾ ਰਹੇਗਾ। 5 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਇੱਕ ਵੱਡਾ ਪ੍ਰੋਗਰਾਮ ਵੀ ਜਿਹੜਾ ਉਹ ਲੈ ਕੇ ਆ, ਉਹਦੇ ਵਿੱਚ ਵੀ ਇਸ ਸੰਬੰਧੀ ਜ਼ਰੂਰ ਜਿਹੜਾ ਕੋਈ ਨਾ ਕੋਈ ਮਤਾ ਪਾਸ ਕੀਤਾ ਜਾਊਗਾ, ਵਿਚਾਰ ਕੀਤੀ ਜਾਊਗੀ। ਉਧਰ ਸ਼੍ਰੋਮਣੀ ਕਮੇਟੀ ਨੇ ਵੀ ਧਰਮ ਪਰਿਵਰਤਨ ਦੇ ਟਾਕਰੇ ਲਈ ਘਰ ਵਾਪਸੀ ਮੁਹਿੰਮ ਸ਼ੁਰੂ ਕੀਤੀ ਹੈ। ਸ਼੍ਰੋਮਣੀ ਕਮੇਟੀ ਮੁਤਾਬਕ ਸਿੱਖਾਂ ਨੂੰ ਈਸਾਈ ਬਣਾਉਣ ਦਾ ਤਰੀਕਾ ਬਦਲ ਦਿੱਤਾ ਗਿਆ ਹੈ। ਨਾ ਤਾਂ ਸਿੱਖਾਂ ਦਾ ਰੂਪ ਬਦਲਿਆ ਜਾਂਦਾ ਹੈ ਅਤੇ ਨਾ ਹੀ ਨਾਮ ਬਦਲਿਆ ਜਾਂਦਾ ਹੈ। ਸਿਰਫ ਧਰਮ ਤਬਦੀਲ ਕੀਤਾ ਜਾਂਦਾ ਹੈ ਤਾਂ ਕਿ ਸਿੱਖਾਂ ਨੂੰ ਚੁੱਪ-ਚਪੀਤੇ ਈਸਾਈ ਬਣਾਇਆ ਜਾ ਸਕੇ। ਤੇ ਤੁਹਾਨੂੰ ਪਤਾ ਜਿਹੜੇ ਹੁਣ ਦੇ ਇਹ ਪਾਦਰੀ ਆ ਜਿਹੜੇ ਬਣਾ ਰਹੇ ਆ, ਉਹਨਾਂ ਨੂੰ ਦੂਜਾ ਧਰਮ ਤਬਦੀਲ ਕਰਾ ਰਹੇ, ਉਹ ਤਾਂ ਪਗੜੀ ਵੀ ਨਹੀਂ ਲਾਉਂਦੇ, ਦਾੜੀ ਵੀ ਕਹਿੰਦੇ ਰੱਖ, ਕੌਰ ਤੇ ਸਿੰਘ ਬਣਾ ਕਰ। ਇੱਕ ਸਾਜ਼ਿਸ਼ ਆ ਬਹੁਤ ਵੱਡੀ। ਹਾਲਾਂਕਿ ਸਿੱਖਾਂ ਦੀ ਸਰਵਉੱਚ ਸੰਸਥਾ ਸਣੇ ਅਕਾਲ ਤਖਤ ਸਾਹਿਬ ਵੀ ਧਰਮ ਪਰਿਵਰਤਨ ਨੂੰ ਸੰਕਟ ਮੰਨ ਰਿਹਾ ਹੈ। ਪਰ ਸਵਾਲ ਇਹ ਵੀ ਹੈ ਕਿ ਸਿੱਖ ਸਿੱਖੀ ਤੋਂ ਦੂਰ ਕਿਉਂ ਹੋਏ ਜਾਂ ਫਿਰ ਹੋ ਰਹੇ ਨੇ ਅਤੇ ਇਸ ਲਈ ਜ਼ਿੰਮੇਵਾਰ ਕੌਣ ਹੈ। ਤਲਵੰਡੀ ਤੋਂ ਮੁਨੀਸ਼ ਗਰਗ, ਨਿਊਜ਼ 18 ਪੰਜਾਬ। ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ। ਗੱਲਬਾਤ ਹੋਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਰਿਪੋਰਟਸ ਹੁਣ ਤੱਕ ਸਾਹਮਣੇ ਆਈਆਂ ਨੇ। ਕੁਝ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਜੋ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਔਰ ਜਾਣਕਾਰੀ ਹੈ ਕਿ ਯੂਨਾਈਟਿਡ ਕ੍ਰਿਸਚੀਅਨ ਫਰੰਟ ਦੇ ਮੁਤਾਬਕ ਪੰਜਾਬ ਦੇ ਜਿਹੜੇ 12 ਤੋਂ 13,000 ਪਿੰਡ ਨੇ ਕਰੀਬ, ਉਹਨਾਂ ਦੇ ਵਿੱਚੋਂ 8,000 ਪਿੰਡਾਂ ਦੇ ਵਿੱਚ ਈਸਾਈ ਭਾਈਚਾਰੇ ਦੀਆਂ ਸਮਿਤੀਆਂ ਬਣੀਆਂ ਨੇ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਸਰਹੱਦੀ 2 ਜ਼ਿਲ੍ਹੇ ਨੇ
ਜਿੱਥੇ 600 ਤੋਂ 700 ਚਰਚ ਵੀ ਬਣ ਚੁੱਕੀਆਂ ਨੇ ਔਰ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਇੱਕ ਜ਼ਿਲ੍ਹਾ ਗੁਰਦਾਸਪੁਰ ਦਾ ਹੈ ਤੇ ਦੂਜਾ ਅੰਮ੍ਰਿਤਸਰ ਦਾ ਹੈ ਤੇ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਜ਼ਾਮ ਲੱਗਦੇ ਨੇ, ਸਰਹੱਦੀ ਜ਼ਿਲ੍ਹੇ ਨੇ, ਕਿ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਨਵਰਟ ਹੋਏ, ਯਾਨੀ ਕਿ ਉਹਨਾਂ ਨੇ ਨਵਾਂ ਧਰਮ ਚੁਣਿਆ। ਨਵਾਂ ਧਰਮ ਚੁਣਨ ਨੂੰ ਲੈ ਕੇ ਇਸ ਸਮੇਂ ਜੋ ਸਿੱਧੇ ਇਲਜ਼ਾਮ ਲੱਗਦੇ ਨੇ ਉਹ ਈਸਾਈ ਮਿਸ਼ਨਰੀਜ਼ ਦੇ ਉੱਤੇ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਕਨਵਰਟ ਕਰਵਾਇਆ ਜਾ ਰਿਹਾ ਹੈ। ਔਰ ਇਹ ਵੀ ਕਾਬਿਲੇ ਗੌਰ ਹੈ ਕਿ ਬਹੁਤ ਸਾਰੇ ਜਾਣਕਾਰ ਕਹਿੰਦੇ ਨੇ ਕਿ ਜੋ 1990-1980 ਦੇ ਦਹਾਕੇ ਦੇ ਵਿੱਚ ਸਥਿਤੀ ਦੇਸ਼ ਦੇ ਸਾਊਥ ਦੇ ਵਿੱਚ ਸੀ, ਯਾਨੀ ਕਿ ਉੱਤਰ ਭਾਰਤ ਨਹੀਂ ਬਲਕਿ ਦੱਖਣ ਭਾਰਤ ਦੇ ਵਿੱਚ ਸੀ, ਤਮਿਲਨਾਡੂ ਵਰਗੀ ਸਟੇਟਸ ਦੇ ਵਿੱਚ ਸੀ, ਉਹੀ ਸਥਿਤੀ ਪੰਜਾਬ ਦੇ ਵਿੱਚ ਹੁਣ ਬਣ ਰਹੀ ਹੈ ਔਰ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਨਵਰਟ ਹੋ ਰਹੇ ਨੇ ਲੋਕ, ਨਵਾਂ ਧਰਮ ਚੁਣ ਰਹੇ ਨੇ। ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਧਰਮ ਚੁਣਨ ਦੀ ਆਜ਼ਾਦੀ ਸਾਨੂੰ ਸਾਰਿਆਂ ਨੂੰ ਹੈ, ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ, ਇਹ ਸੰਵਿਧਾਨਿਕ ਹੱਕ ਹੈ। ਪਰ ਜਦੋਂ ਜ਼ਬਰਦਸਤੀ ਹੋਵੇ, ਲਾਲਚ ਦੇ ਕੇ ਕਰਵਾਇਆ ਜਾਵੇ ਜਾਂ ਫਿਰ ਕੋਈ ਹੋਰ ਮਜਬੂਰੀ ਦੇ ਵਿੱਚ ਕੋਈ ਧਰਮ ਪਰਿਵਰਤਨ ਕਰੇ ਤਾਂ ਉਸ ਨੂੰ ਲੈ ਕੇ ਸਵਾਲ ਫਿਰ ਉੱਠਦੇ ਨੇ। ਅੱਜ ਚਰਚਾ ਕਰਾਂਗੇ ਇਸ ਮੁੱਦੇ ਉੱਤੇ ਹੀ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਸਾਡੇ ਨਾਲ ਮਹਿਮਾਨ ਜਿਹੜੇ ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ ਜੁੜ ਰਹੇ ਨੇ। ਸਾਡੇ ਨਾਲ ਅਮਰਜੀਤ ਸਿੰਘ ਚਾਵਲਾ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਚਾਵਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਮਨਜੀਤ ਸਿੰਘ ਭੋਮਾ ਜੀ ਜੁੜ ਰਹੇ ਨੇ, ਡੀਐਸਜੀਐਮਸੀ ਨੂੰ ਰਿਪਰੈਜ਼ੈਂਟ ਕਰਨਗੇ। ਕਾਬਿਲ ਗੌਰ ਹੈ ਕਿ ਡੀਐਸਜੀਐਮਸੀ ਨੇ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਕਮੇਟੀ ਬਣਾਈ ਉਸ ਦਾ ਇੰਚਾਰਜ ਭੋਮਾ ਜੀ ਨੂੰ ਬਣਾਇਆ ਹੋਇਆ। ਬਹੁਤ-ਬਹੁਤ ਸਵਾਗਤ ਹੈ ਮਨਜੀਤ ਜੀ ਤੁਹਾਡਾ ਵੀ। ਥੋੜੀ ਦੇਰ ਦੇ ਵਿੱਚ ਸਾਡੇ ਨਾਲ ਰੋਸ਼ਨ ਜੋਸਫ ਜੁੜਨਗੇ ਔਰ ਸਾਡੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਦੇ ਨੁਮਾਇੰਦੇ ਵੀ ਕੁਝ ਹੀ ਪਲਾਂ ਦੇ ਵਿੱਚ ਜੁੜਨਗੇ। ਮੈਂ ਸ਼ੁਰੂਆਤ ਕਰਦਾ ਅੱਜ ਐਸਜੀਪੀਸੀ ਤੋਂ। ਚਾਵਲਾ ਜੀ ਤੁਹਾਡੇ ਤੋਂ ਪਹਿਲਾ ਸਵਾਲ ਬਹੁਤ ਸਿੱਧਾ ਜਿਹਾ ਹੈ। ਧਰਮ ਪਰਿਵਰਤਨ ਨੂੰ ਲੈ ਕੇ ਡੀਐਸਜੀਐਮਸੀ ਇੱਕ ਵੱਖਰੇ ਪੱਧਰ ਤੇ ਮੁਹਿੰਮ ਚਲਾ ਰਹੀ ਹੈ। ਐਸਜੀਪੀਸੀ ਕਹਿ ਰਹੀ ਹੈ ਅਸੀਂ ਘਰ ਵਾਪਸੀ ਮੁਹਿੰਮ ਚਲਾਵਾਂਗੇ। ਜਥੇਦਾਰ ਸਾਹਿਬ ਬਹੁਤ ਸਖਤ ਰੁਖ ਅਖਤਿਆਰ ਕਰ ਰਹੇ ਨੇ। ਪਹਿਲਾ ਸਵਾਲ ਇਹੀ ਕਿ ਜਿਹੜੇ ਲੋਕ ਕਨਵਰਟ ਹੋ ਰਹੇ ਨੇ ਜਾਂ ਧਰਮ ਪਰਿਵਰਤਨ ਕਰ ਰਹੇ ਨੇ, ਤੁਹਾਨੂੰ ਕੀ ਵਜ੍ਹਾ ਨਜ਼ਰ ਆ ਰਹੀ ਹੈ? ਕਿਉਂ ਤੁਸੀਂ ਸਿੱਧਾ ਮਿਸ਼ਨਰੀਜ਼ ਦੇ ਉੱਤੇ ਸਵਾਲ ਚੁੱਕ ਰਹੇ ਹੋ ਔਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਬਹੁਤ ਸਾਰੇ ਜ਼ਬਰਦਸਤੀ ਧਰਮ ਪਰਿਵਰਤਨ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਹੈ? ਇਹ ਦੇਖੋ, ਇਹ ਜੋ ਸਾਈ ਭਾਈਚਾਰੇ ਵੱਲੋਂ ਇਹ ਕਦਮ ਚੱਕਿਆ ਜਾ ਰਿਹਾ ਹੈ, ਇਹ ਸਾਡੇ ਜਿਹੜੇ ਪੰਜਾਬ ਦੇ ਗਰੀਬ ਲੋਕ ਆ ਉਹਨਾਂ ਨੂੰ ਲਾਲਚ ਦੇ ਕੇ ਧਰਮ ਵਾਲੇ ਪਾਸੇ ਨੂੰ ਪ੍ਰੇਰਿਤ ਕਰਨਾ, ਉਹਨਾਂ ਨੂੰ ਗਲਤ ਕਹਾਣੀਆਂ, ਗਲਤ ਗੱਲਾਂ ਦੱਸ ਕੇ ਕਿ ਅਸੀਂ ਬਿਮਾਰੀਆਂ ਦੂਰ ਕਰ ਦਿੰਦੇ ਆ, ਅਸੀਂ ਆਹ ਗੱਲਾਂ ਕਰ ਦਿੰਦੇ ਆ, ਉਹ ਕਰ ਦਿੰਦੇ ਆ, ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਲੋਕਾਂ ਵੱਲੋਂ ਇਹ ਯਤਨ ਕੀਤਾ ਜਾ ਰਿਹਾ। ਤੇ ਕੁਦਰਤੀ ਆ ਕਿ ਜਿਹੜੇ ਆਮ ਤੌਰ ਤੇ ਛੋਟੇ ਦਬਕੇ ਦੇ ਲੋਕ ਹੁੰਦੇ ਆ, ਕੋਈ ਜਿਹੜੇ ਥੋੜੇ ਜਿਹੇ ਆਰਥਿਕ ਤੌਰ ਤੇ ਜਿਹੜੇ ਠੀਕ ਨਹੀਂ ਹੁੰਦੇ ਲੋਕ, ਉਹ ਲੋਕ ਕਿਤੇ ਕਿਤੇ ਇਸ ਗੱਲ ਦੇ ਵਿੱਚ ਆ ਜਾਂਦੇ ਆ, ਭਰਮ ਜਾਂਦੇ ਆ। ਲੇਕਿਨ ਜੇ ਅਸੀਂ ਦੇਖਿਆ ਜਾਵੇ ਤੇ ਜਿਹੜੇ ਇਹਨਾਂ ਨੇ ਪਹਿਲੇ ਆਪਣੇ ਇਹਨਾਂ ਦੇ ਸਾਈ ਲੋਕ ਬਣਾਏ, ਇਹਨਾਂ ਨੇ ਇਹ ਤਾਂ ਨਵਿਆਂ ਨੂੰ ਤਾਂ ਇਹ ਲਾਲਚ ਦੇ ਦਿੰਦੇ ਆ, ਤੇ ਜਿਹੜੇ ਪਹਿਲੇ ਬਣੇ ਆ, ਜਿਹੜੇ ਹੁਣ ਤੋਂ ਕਿੰਨੀ ਦੇਰ ਪਹਿਲਾਂ ਦੇ ਬਣੇ ਹੋ, ਤੁਸੀਂ ਉਹਨਾਂ ਦੀ ਹਾਲਤ ਵੇਖੋ ਕਿ ਕਿੰਨੇ ਕੁ ਵੱਡੇ ਬਾਦਸ਼ਾਹ ਬਣ ਗਏ, ਕਿੰਨੇ ਕੁ ਵੱਡੇ ਸ਼ਾਹੂਕਾਰ ਬਣ ਗਏ, ਕਿੰਨੇ ਵੱਡੀ ਉਹਦੀਆਂ ਇੰਡਸਟਰੀਆਂ ਚੱਲ ਪਈਆਂ, ਕਿੰਨੇ ਕੁ ਵੱਡੇ ਉਹਨਾਂ ਦੇ ਕੰਮ ਖੋਲ ਦਿੱਤੇ ਇਹਨਾਂ ਨੇ। ਉਹਨਾਂ ਨੂੰ ਤਾਂ ਇਹਨਾਂ ਨੇ ਛੱਡ ਦਿੱਤਾ, ਉਹ ਬਣਾਏ ਤੇ ਅਗਲੇ ਫੜ ਲਏ, ਉਹ ਬਣਾਏ ਅਗਲੇ ਫੜ ਲਏ। ਇਹਨਾਂ ਨੇ ਕਿਹੜੇ ਜਿਹੜੇ ਉਹਨਾਂ ਲੋਕਾਂ ਨੂੰ, ਇਹ ਬਿਲਕੁਲ ਲੋਕਾਂ ਨੂੰ ਗਮਰਾਹ ਕਰਕੇ, ਲਾਲਚ ਦੇ ਕੇ, ਲੋਕਾਂ ਨੂੰ ਗਲਤ ਕਹਾਣੀਆਂ ਸੁਣਾ ਕੇ, ਜਦੋਂ ਕਿ ਚੀਟਰ ਲੋਕ ਆ ਇਹ ਲੋਕ ਹਮੇਸ਼ਾ ਹੀ, ਇਹਨਾਂ ਦਾ ਕੋਈ ਆਪਣਾ ਆਧਾਰ ਹੀ ਨਹੀਂ, ਬੇਸ ਹੀ ਨਹੀਂ ਕਿਸੇ ਤਰ੍ਹਾਂ ਦਾ, ਇਹ ਕੋਈ ਇਹਨਾਂ ਦਾ ਕੋਈ ਇਹਨਾਂ ਦੀ ਕੋਈ ਕਹਾਣੀ ਨਹੀਂ, ਕੋਈ ਹੈ ਨਹੀਂ। ਇਹ ਐਵੇਂ ਗਲਤ ਲੋਕਾਂ ਨੂੰ ਜਿਹੜਾ ਉਹ ਪ੍ਰਚਾਰ ਕਰਕੇ ਤੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਆ। ਨਹੀਂ ਚਾਵਲਾ ਜੀ, ਤੁਸੀਂ ਕਹਿ ਰਹੇ ਹੋ ਕਿ ਕੋਈ ਆਧਾਰ ਨਹੀਂ ਹੈ, ਗਲਤ ਲੋਕ ਨੇ, ਪਰ ਫਿਰ ਵੀ ਧਰਮ ਪਰਿਵਰਤਨ ਤਾਂ ਹੋ ਰਿਹਾ ਹੈ। ਜਥੇਦਾਰ ਸਾਹਿਬ ਕਹਿ ਰਹੇ ਨੇ, ਐਸਜੀਪੀਸੀ ਦੇ ਪ੍ਰਧਾਨ ਕਹਿ ਰਹੇ ਨੇ, ਜੇ ਤੁਸੀਂ ਕਹਿ ਰਹੇ ਹੋ ਕਿ ਗੱਲਾਂ ਦੇ ਵਿੱਚ ਆ ਰਹੇ ਨੇ ਤਾਂ ਕੋਈ ਨਾ ਕੋਈ ਤਾਂ ਵਜ੍ਹਾ ਹੋਣੀ ਹੈ ਕਿ ਜਿਸ ਨੇ ਧਰਮ ਪਰਿਵਰਤਨ ਕਰ ਲਿਆ ਆਪਣਾ। ਵਜ੍ਹਾ ਪੈਸਾ ਜ਼ਿਆਦਾ, ਇਹਦੇ 'ਚ ਪੈਸਾ ਮੈਟਰ ਕਰਦਾ। ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ, ਮੈਂ ਕਈ ਲੁਧਿਆਣੇ ਦੇ ਇਹਦੇ ਪਰਿਵਾਰ ਜਾਣਦਾ ਜਿਨ੍ਹਾਂ ਦੇ ਬੱਚਿਆਂ ਦੀਆਂ ਐਡਮਿਸ਼ਨਾਂ ਮੈਂ ਕਰਾਉਂਦਾ ਰਿਹਾ। ਉਹ ਇਥੋਂ ਤੱਕ ਕਿ ਉਹਨਾਂ ਦੇ ਉਹ ਪਰਿਵਾਰ ਦੇ ਮੁਖੀ, ਕਿਸੇ ਨਾ ਕਿਸੇ ਚਰਚ ਦੇ ਮੁਖੀ ਲੁਧਿਆਣੇ ਦੇ ਮੇਰੇ ਕੋਲ ਆ ਕੇ ਉਹ ਖਾਲਸਾ ਸਕੂਲਾਂ ਵਿੱਚ ਐਡਮਿਸ਼ਨਾਂ ਕਰਾਉਂਦੇ ਰਹੇ। ਮੈਂ ਇਹਨਾਂ ਨੂੰ ਕਿਹਾ ਕੀ ਗੱਲ ਤੁਹਾਡੇ ਆ ਸਕੂਲ ਜਿਹੜੇ ਖੁੱਲੇ ਆ, ਸੇਕਰਡ ਹਾਰਟ ਸਕੂਲ ਕਹਿੰਦੇ ਵਾ, ਉਹ ਕਹਿੰਦੇ ਬਾਬਾ ਸੇਕਰਡ ਹਾਰਟ ਸਕੂਲ ਸਾਨੂੰ ਕੌਣ ਦਾਖਲ ਕਰਦਾ? ਤੇ ਮੈਂ ਕਿਹਾ ਫਿਰ ਤੁਹਾਡਾ ਸਾਈਆਂ ਦਾ ਸਕੂਲ ਆ, ਤਾਂ ਕਹਿੰਦੇ ਮੱਦੀ ਬੜੀ ਕਰਦੇ ਤੁਹਾਡੀ, ਤੇ ਤੁਸੀਂ ਫਿਰ ਕਿਹੜੀ ਗੱਲੋਂ ਬੜੇ? ਬਸ ਉਦੋਂ ਬਣ ਗਏ ਅਸੀਂ। ਔਰ ਮੈਂ ਉਹਨਾਂ ਨੂੰ ਖੁਦ ਆਪਣੇ ਸਾਡਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੁਧਿਆਣੇ, ਮੈਂ ਉੱਥੇ ਉਹਨਾਂ ਦੇ ਬੱਚੇ ਦੀ ਐਡਮਿਸ਼ਨ ਕਰਵਾਈ। ਉਹ ਰੋਂਦੇ ਸਨ ਕਿ ਸਾਨੂੰ ਤਾਂ ਬਣਾ ਲਿਆ, ਸਾਨੂੰ ਉਦੋਂ ਗਾਂ ਸਾਡੇ ਕੋਲ ਕੁਛ ਨਹੀਂ, ਕੋਈ ਚੰਗੀ ਤਨਖਾਹ ਵੀ ਚੰਗੀ ਨਹੀਂ ਦਿੰਦੇ, ਰੋਟੀ ਵੀ ਉਹਨਾਂ ਦੇ ਘਰ ਚੰਗੀ ਨਹੀਂ ਪੈਂਦੀ, ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਆ,
ਜਿਨ੍ਹਾਂ ਨੂੰ ਇਹਨਾਂ ਨੇ ਬਣਾਤਾ ਤੇ ਗਾਰ ਉਹਨਾਂ ਦੇ ਘਰਾਂ ਦਾ ਕੋਈ ਪ੍ਰਬੰਧ ਤਾਂ ਇਹਨਾਂ ਨੇ ਵੀ ਨਹੀਂ ਕੀਤਾ। ਠੀਕ ਹੈ। ਚਲੋ ਤੁਹਾਡਾ ਪੁਆਇੰਟ ਆਇਆ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਇਸ ਗੱਲਬਾਤ ਨੂੰ ਮੈਂ ਅੱਗੇ ਵਧਾਵਾਂਗਾ। ਇਸ ਵਿਚਾਲੇ ਸਾਡੇ ਨਾਲ ਭੋਮਾ ਜੀ ਜੁੜੇ ਹੋਏ ਨੇ ਤੇ ਨਾਲ ਹੀ ਸਾਡੇ ਨਾਲ ਰੋਸ਼ਨ ਜੋਸਫ ਜੀ ਵੀ ਜੁੜ ਚੁੱਕੇ ਨੇ। ਮੈਂ ਉਹਨਾਂ ਦਾ ਵੀ ਰੁਕ ਕਰਾਂਗਾ, ਪਰ ਪਹਿਲਾਂ ਇੱਕ ਰਿਐਕਸ਼ਨ ਭੋਮਾ ਜੀ ਦਾ ਲੈ ਲਵਾਂ। ਭੋਮਾ ਜੀ, ਬਹੁਤ ਸਾਰੇ ਲੋਕਾਂ ਤੱਕ ਤੁਸੀਂ ਵੀ ਪਹੁੰਚ ਕਰ ਰਹੇ ਹੋ, ਤਸਵੀਰਾਂ ਵੀ ਅਸੀਂ ਦੇਖੀਆਂ ਜਿੱਥੇ ਘਰ ਵਾਪਸੀ ਤੁਸੀਂ ਕਰਵਾਉਣ ਦਾ ਦਾਅਵਾ ਕਰ ਰਹੇ ਹੋ। ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜੇ ਲੋਕਾਂ ਦੀ ਤੁਸੀਂ ਘਰ ਵਾਪਸੀ ਕਰਵਾ ਦਿੱਤੀ ਉਹ ਕੀ ਕਹਿ ਰਹੇ ਨੇ, ਕਿ ਉਹਨਾਂ ਨੇ ਧਰਮ ਪਰਿਵਰਤਨ ਕਿਉਂ ਕੀਤਾ, ਆਖਿਰ ਕਿਉਂ ਨਵਾਂ ਧਰਮ ਉਹਨਾਂ ਦੇ ਵੱਲੋਂ ਚੁਣਿਆ ਗਿਆ ਤੇ ਹੁਣ ਕਿਉਂ ਵਾਪਸ ਆ ਰਹੇ ਨੇ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 3 ਅਗਸਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਪੰਜਾਬ ਦਾ ਮੁੱਖ ਦਫ਼ਤਰ ਅੰਮ੍ਰਿਤਸਰ 'ਚ ਖੋਲ੍ਹਿਆ ਸੀ। 10 ਨੂੰ ਉਹਦੀ ਮੁੱਖ ਜ਼ਿੰਮੇਵਾਰੀ ਜਿਹੜੀ ਆ ਸੌਂਪੀ ਗਈ ਆ। ਅਸੀਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿੰਡਾਂ 'ਚ ਗਏ ਆ, ਜੋ ਦਫ਼ਤਰ ਬੈਠ ਕੇ ਫੀਡਬੈਕ ਲਈ ਆ, ਪਿੰਡਾਂ 'ਚ ਜਾ ਕੇ ਗਰਾਊਂਡ ਲੈਵਲ ਤੇ ਜਿਹੜੀ ਫੀਡਬੈਕ ਲਈ ਆ, ਉਹ ਜਿਵੇਂ ਅੱਜ 1 ਦਰਜਨ ਦੇ ਕਰੀਬ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਸੀ ਜਿਨ੍ਹਾਂ ਕ੍ਰਿਸਚਨ ਧਰਮ ਅਪਣਾ ਲਿਆ ਸੀ ਤੇ ਅੱਜ ਉਹਨਾਂ ਸਿੱਖ ਧਰਮ 'ਚ ਮੁੜ ਵਾਪਸੀ ਕੀਤੀ ਆ, ਇਹਨਾਂ ਨਾਲ ਲਗਾਤਾਰ ਅਸੀਂ 5-7 ਦਿਨ ਪਿਛਲੇ ਦਿਨਾਂ ਤੋਂ ਅਸੀਂ ਬੈਠਦੇ ਰਹੇ ਆ, ਉਹਨਾਂ ਨੂੰ ਪੁੱਛਦੇ ਰਹੇ ਸਾਰਾ ਕੁਝ। ਉਹ 2 ਗੱਲਾਂ ਮੁੱਖ ਕਰਦੇ ਆ ਕਿ ਇੱਕ ਤੇ ਸਾਨੂੰ ਆਂਦੇ ਆ ਜੀ ਤੁਹਾਨੂੰ ਗੈਬੀ ਸ਼ਕਤੀ ਦੇ ਨਾਲ ਤੁਹਾਡਾ ਇਲਾਜ ਕਰ ਦਿਆਂਗੇ, ਚਮਤਕਾਰ ਕਰਕੇ ਤੁਹਾਡਾ ਜਿਹੜਾ ਵਾ ਮਰੀਜ਼ ਠੀਕ ਕਰ ਦਿਆਂਗੇ। ਅੱਜ ਹੀ ਇੱਕ ਐਸਾ ਪਰਿਵਾਰ ਸੀ ਜਿਹੜੇ ਅੱਜ ਘਰ ਵਾਪਸੀ ਕੀਤੇ ਆ, ਇਹਨਾਂ ਦਾ ਇੱਕ ਬੇਟਾ ਸੀ, ਉਹਦੀਆਂ ਕਿਡਨੀ ਖਰਾਬ ਹੋਈ ਸੀ ਤੇ ਆਂਦੇ ਆ ਵੀ ਅਸੀਂ ਇਲਾਜ ਕਰਾਉਂਦੇ ਆ, ਲੁਧਿਆਣੇ ਖੜ ਕੇ ਉਹਦਾ ਇਲਾਜ ਕਰਾਉਂਦੇ ਰਹੇ, ਕਿਤੇ ਉਹ ਠੀਕ ਨਹੀਂ ਹੋਇਆ, ਉਹਨੂੰ ਵਾਪਸ ਲੈ ਆਂਦਾ ਘਰ, ਉਹਦੀ ਆਣ ਕੇ ਜਿਹੜੀ ਆ ਡੈਥ ਹੋ ਗਈ। ਜਿਹੜੇ ਡੈਥ ਹੋ ਗਈ ਬੱਚੇ ਦੀ, ਆਂਦੇ ਆ ਵੀ ਤੁਸੀਂ ਇਹਦੀ ਡੈੱਡ ਬੋਡੀ ਸਾਨੂੰ ਦੇ ਦਿਓ, ਅਸੀਂ ਗੈਬੀ ਸ਼ਕਤੀ ਨਾਲ ਇਹਨੂੰ ਜੀਦਾ ਕਰ ਦਾਂਗੇ। ਇਹੋ ਜਿਹਾ ਮਨ ਘੜਤੇ ਜਿਹੜਾ ਵਾ ਲੋਕ ਪ੍ਰਚਾਰ ਕਰ ਰਹੇ ਆ। ਦੂਸਰੀ ਗੱਲ, ਜੋ ਇਹ ਜਿਨ੍ਹਾਂ ਲੋਕਾਂ ਨੇ ਅੱਜ ਘਰ ਵਾਪਸੀ ਕੀਤੀ ਆ, ਇਹਨਾਂ ਦੱਸਿਆ ਵਾ ਕਿ ਇਹ ਜਿਹੜੇ ਕ੍ਰਿਸਚਨ ਭਾਈਚਾਰੇ ਦੇ ਜਿਹੜੇ ਪ੍ਰਚਾਰਕ ਨੇ, ਇਹ ਗੁਰੂ ਸਾਹਿਬਾਨ ਪ੍ਰਤੀ, ਗੁਰਬਾਣੀ ਪ੍ਰਤੀ, ਖਾਲਸਾ ਪੰਥ ਪ੍ਰਤੀ ਬਹੁਤ ਅਪਮਾਨਜਨਕ ਟਿੱਪਣੀਆਂ ਕਰਦੇ ਆ। ਦੂਸਰੀ ਗੱਲ ਕਿ ਜੇ ਕਿਸੇ ਸਮਾਗਮ ਦੇ ਵਿੱਚ ਗੁਰੂ ਸਾਹਿਬਾਨ ਦੀ ਫੋਟੋ ਲੱਗੀ ਹੋਵੇ ਜਾਂ ਉਹਨਾਂ ਦੇ ਘਰਾਂ 'ਚ ਫੋਟੋ ਲੱਗੀ ਹੋਵੇ, ਸਮਾਗਮਾਂ 'ਚੋਂ ਵੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਬਾਹਰ ਕਢਵਾ ਰਹੇ ਆ ਤੇ ਉਹਨਾਂ ਦੇ ਘਰਾਂ 'ਚੋਂ ਵੀ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਫੋਟੋਆਂ ਜਿਹੜੀਆਂ ਨੇ ਬਾਹਰ ਕਢਵਾ ਰਹੇ ਆ। ਜੇ ਕਿਸੇ ਗੁਰਮੁਖ ਪਿਆਰੇ ਨੇ ਆਪਣੇ ਘਰ ਦੇ ਵਿੱਚ ਨਿਤਨੇਮ ਕਰਨ ਲਈ ਗੁੜਕਾ ਸਾਹਿਬ ਰੱਖਿਆ ਵਾ ਤੇ ਉਹਨਾਂ ਨੂੰ ਆਂਦੇ ਆ ਵੀ ਤੁਸੀਂ ਇਹਨੂੰ ਜਿਹੜਾ ਵਾ ਘਰ ਦੇ ਵਿੱਚੋਂ ਆਪਣਾ ਤੁਸੀਂ ਇਹਨੂੰ ਬਾਹਰ ਕੱਢ ਦਿਓ ਜਾਂ ਗੁਰਦੁਆਰਾ ਸਾਹਿਬ ਤੁਸੀਂ ਵਾਪਸ ਕਰਵੋ। ਸੋ ਸਿੱਖੀ ਦੇ ਮੇਨ ਮੂਲ ਸਿਧਾਂਤ ਨਾਲੋਂ ਹੀ ਜਿਹੜਾ ਵਾ ਇਹ ਲੋਕ ਸਾਡੇ ਸਿੱਖ ਭਰਾਵਾਂ ਨੂੰ ਉਹਨਾਂ ਦੀ ਗਰੀਬੀ, ਉਹਨਾਂ ਦੀਆਂ ਮਜਬੂਰੀਆਂ ਦਾ ਲਾਹਾ ਠਾ ਕੇ ਕਿਸੇ ਨੂੰ ਤੁਹਾਡਾ ਜਿਹੜੀ ਆ ਕਾਲਜ ਦੇ ਸਕੂਲ ਦੇ ਵਿੱਚ ਤੁਹਾਡੀ ਫ੍ਰੀ ਐਡਮਿਸ਼ਨ ਕਰਵਾ ਦਿੰਦੇ ਆ, ਤੁਹਾਡਾ ਹਸਪੀਟਲ 'ਚ ਇਲਾਜ ਫ੍ਰੀ ਕਰਾ ਦਿੰਦੇ ਆ। ਜਦੋਂ ਕਿ ਮਤਲਬ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਲਾਲਚ ਦਿੱਤਾ ਜਾਂਦਾ, ਇਸ ਕਰਕੇ ਧਰਮ ਪਰਿਵਰਤਨ ਕਰਵਾਇਆ ਜਾਂਦਾ। ਤੁਸੀਂ ਕਹਿ ਰਹੇ ਹੋ ਕਿ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾਂਦਾ। ਸਰ ਮੈਂ ਤੁਹਾਡੇ ਕੋਲ ਵਾਪਸ ਆਉਂਦਾ, ਲਾਲਚ ਵੀ ਦੇ ਰਿਹਾ ਜੀ। ਠੀਕ ਹੈ ਭੋਮਾ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਰੋਸ਼ਨ ਜੋਸਫ ਜੀ ਜੁੜੇ ਹੋਏ ਨੇ ਔਰ ਮੈਂ ਉਹਨਾਂ ਦਾ ਰੁਖ ਕਰਦਾ ਹਾਂ। ਜੋਸਫ ਸਾਹਿਬ, ਬਹੁਤ ਸਾਰੇ ਇਲਜ਼ਾਮ ਨੇ ਤੁਹਾਡੇ ਉੱਤੇ, ਮਿਸ਼ਨਰੀਜ਼ ਦੇ ਉੱਤੇ, ਔਰ ਇਲਜ਼ਾਮ ਇਹ ਨੇ ਕਿ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ, ਔਰ ਦੂਜੇ ਪਾਸੇ ਇਲਜ਼ਾਮ ਜਿਹੜੇ ਬਹੁਤ ਤਫਸੀਲ ਦੇ ਨਾਲ ਗੱਲਬਾਤ ਕੀਤੀ ਹੈ ਭੋਮਾ ਜੀ ਨੇ, ਉਹ ਤੁਸੀਂ ਸੁਣਿਆ ਹੋਵੇਗਾ। ਉਮੀਦ ਕਰਦਾ ਹਾਂ ਕਿ ਤੁਸੀਂ ਉਸ ਦਾ ਜਵਾਬ ਦਿਓਗੇ। ਜੋਸਫ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ, ਸ਼ਾਇਦ ਤੁਸੀਂ ਮਿਊਟ ਕੀਤਾ ਹੋਣਾ ਹੈ। ਸਕਾਈਪ ਦੇ ਜ਼ਰੀਏ ਜੁੜੇ ਹੋਏ ਨੇ ਜੋਸਫ ਜੀ ਸਾਡੇ ਨਾਲ। ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਚਲੋ ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ ਕਿ ਇੱਕ ਵਾਰ ਫਿਰ ਤੋਂ ਜੁੜ ਸਕੀਏ। ਬਹੁਤ ਸਾਰੇ ਸਵਾਲ ਨੇ ਜਿਹੜੇ ਜਾਣਨੇ ਲੋਕ ਵੀ ਚਾਹੁੰਦੇ ਹੋਣਗੇ ਕਿ ਆਖਿਰ ਜੋ ਇਲਜ਼ਾਮ ਲੱਗ ਰਹੇ ਨੇ ਉਸ ਦੇ ਉੱਤੇ ਕੀ ਕੁਝ ਕਹਿਣਾ ਹੈ, ਪਰ ਇਸ ਸਭ ਦੇ ਵਿਚਾਲੇ ਸਿਆਸੀ ਪ੍ਰਤੀਕਰਮ ਵੀ ਆ ਰਹੇ ਨੇ। ਮੈਂ ਚਰਚਾ ਨੂੰ ਅੱਗੇ ਤੋਰਾਂਗਾ, ਪਰ ਉਸ ਤੋਂ ਪਹਿਲਾਂ ਪ੍ਰਗਟ ਸਿੰਘ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਕੀ ਕੁਝ ਕਹਿ ਰਹੇ ਨੇ, ਕਾਂਗਰਸ ਦੇ ਆਗੂ ਨੇ, ਉਹ ਤੁਹਾਨੂੰ ਸੁਣਾਉਣੇ। ਮੁੱਦਾ ਹੈਗਾ, ਲੇਕਿਨ ਜੇ ਕੋਈ ਧਰਮ ਵੱਧ ਪ੍ਰਚਾਰ ਕਰ ਰਿਹਾ ਤੇ ਸਾਨੂੰ ਉਹਦੇ ਉਦੋਂ ਵੱਧ ਪ੍ਰਚਾਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇੱਕ ਬੱਚਾ ਆ,
ਇੱਕ ਵਾਈਟ ਸਲੇਟ ਹੈ ਮਾਨਸਿਕ ਤੌਰ ਤੇ, ਉਹਨੂੰ ਜਿੱਧਰ ਨੂੰ ਹੌਲੀ ਹੌਲੀ ਤੁਸੀਂ ਲਾਈ ਜਾਓਗੇ, ਗਰੀਬੀ ਵੀ ਹੈਗੀ ਆ, ਕਈ ਇਸ਼ੂਜ਼ ਹੈਗੇ ਆ। ਦੇਖੋ ਈਸਾਈ ਧਰਮ 'ਚ ਲੋਕੀ ਕਿੱਦਾਂ ਜਾਂਦੇ ਆ, ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਹਲਕੇ ਦੇ ਵਿੱਚ ਵੀ ਈਸਾਈ ਹੈਗੇ ਆ। ਉਹ ਕੀ ਕਰਦੇ ਆ, ਉਹਨਾਂ ਨੂੰ ਕਿਤਾਬਾਂ, ਉਹਨਾਂ ਨੂੰ ਰਾਸ਼ਨ, ਠੀਕ ਆ ਨਾ। ਅੱਛਾ, ਅਸੀਂ ਕਈ ਵਾਰੀ ਇਦਾਂ ਦੀਆਂ ਸਖਤੀਆਂ ਕਰਨ ਲੱਗ ਪੈਂਦੇ ਆ। ਸਿੱਖ ਧਰਮ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਸਾਡੀ ਜਿਹੜੀ ਧਾਰਮਿਕ ਜਿਹੜੀਆਂ ਸੰਸਥਾਵਾਂ ਹੈਗੀਆਂ, ਸਾਡੀ ਧਾਰਮਿਕ ਕਮੇਟੀ ਹੈਗੀ ਆ, ਉਹ ਉਸ ਲੈਵਲ ਤੱਕ ਜਾ ਕੇ ਨਹੀਂ ਕੰਮ ਕਰਦੀ। ਹੌਲੀ ਹੌਲੀ ਗਰੀਬ ਬੰਦਾ ਜਿਹੜਾ ਆ, ਉਹਨੂੰ ਐਂ ਲੱਗਦਾ ਵੀ ਮੈਨੂੰ ਇੱਕ ਤਾਂ ਰਾਸ਼ਨ ਮਿਲ ਰਿਹਾ, ਮੈਨੂੰ ਦੂਸਰਾ ਆ ਨਿਆਣੇ ਦੇ ਪੜ੍ਹਨ ਲਈ ਕਿਤਾਬਾਂ ਮਿਲ ਰਹੀਆਂ। ਉਹ ਬੇਸਿਕਲੀ ਉਹ ਨਾ ਰੋਜ਼ਮਰਾ ਦੀ ਜ਼ਿੰਦਗੀ ਤੋਂ ਤੰਗ ਹੋਇਆ ਆ ਕਿਤੇ ਨਾ ਕਿਤੇ, ਉਹ ਫਿਰ ਉਧਰ ਹੌਲੀ ਹੌਲੀ ਜਾਣ ਲੱਗ ਪੈਂਦਾ। ਤਾਂ ਪ੍ਰਗਟ ਸਿੰਘ ਜੋ ਟਿੱਪਣੀਆਂ ਕਰ ਰਹੇ ਨੇ, ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਵੱਧ ਪ੍ਰਚਾਰ ਕਰ ਰਹੇ ਨੇ ਤੇ ਵੱਧ ਪ੍ਰਚਾਰ ਕਰਨਾ ਹੋਵੇਗਾ। ਜੇਕਰ ਐਸਜੀਪੀਸੀ ਜਾਂ ਕੋਈ ਵੀ ਧਰਮ ਸੋਚ ਰਿਹਾ ਇਸ ਸਮੇਂ ਕਿ ਕਨਵਰਜਨ ਨਾ ਹੋਵੇ, ਜਿਹੜਾ ਧਰਮ ਪਰਿਵਰਤਨ ਉਹ ਨਾ ਹੋਵੇ। ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਜੋਸਫ ਜੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਸਰ, ਮੇਰੀ ਆਵਾਜ਼ ਉਮੀਦ ਹੈ ਪਹੁੰਚ ਰਹੀ ਹੋਏਗੀ ਤੁਹਾਡੇ ਤੱਕ, ਤੁਸੀਂ ਆਪਣਾ ਪੱਖ ਰੱਖ ਸਕਦੇ ਹੋ। ਨਹੀਂ ਸਰ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਜੇਕਰ ਤੁਸੀਂ ਮਿਊਟ ਕੀਤਾ ਹੋਇਆ ਤਾਂ ਅਨਮਿਊਟ ਕਰਨਾ ਹੋਏਗਾ ਤੁਹਾਨੂੰ। ਨਹੀਂ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਚਲੋ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਮੈਂ ਆਪਣੀ ਟੀਮ ਨੂੰ ਕਹਾਂਗਾ ਸਕਾਈਪ ਤੇ ਨਹੀਂ ਤਾਂ ਫੋਨ ਦੇ ਉੱਤੇ ਅਸੀਂ ਜ਼ਰੂਰ ਜੋੜ ਲਈਏ। ਸਾਡੇ ਨਾਲ ਹਰਪ੍ਰੀਤ ਸਿੰਘ ਗਿੱਲ ਜੀ ਵੀ ਜੁੜ ਚੁੱਕੇ ਨੇ, ਵਿਸ਼ਵ ਹਿੰਦੂ ਪਰਿਸ਼ਦ ਨੂੰ, VHP ਨੂੰ ਰਿਪਰੈਜ਼ੈਂਟ ਕਰਨਗੇ ਪੰਜਾਬ ਦੇ ਵਿੱਚ। ਸਰ, ਬਹੁਤ ਬਹੁਤ ਸਵਾਗਤ ਹੈ। VHP ਪੰਜਾਬ ਤੋਂ ਸਾਡੇ ਨਾਲ ਜੁੜ ਰਹੇ ਨੇ ਹਰਪ੍ਰੀਤ ਸਿੰਘ ਗਿੱਲ ਜੀ। ਹਰਪ੍ਰੀਤ ਜੀ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਜਿਹੜਾ ਧਰਮ ਪਰਿਵਰਤਨ ਦਾ ਮੁੱਦਾ ਇਸ ਸਮੇਂ ਖੂਬ ਸੁਰਖੀਆਂ ਦੇ ਵਿੱਚ ਹੈ? SGPC ਤੋਂ ਲੈ ਕੇ ਜਥੇਦਾਰ ਸਾਹਿਬ ਤੱਕ ਬਹੁਤ ਕਰੜਾ ਇਤਰਾਜ਼ ਇਸ ਦੇ ਉੱਤੇ ਜਤਾ ਰਹੇ ਨੇ। ਭਾਈ ਸਾਹਿਬ, ਤੁਹਾਡਾ ਪ੍ਰਸ਼ਨ ਕਿਹਨਾਂ ਦੇ ਨਾਲ ਸੀਗਾ ਜੀ? ਹਰਪ੍ਰੀਤ ਜੀ, ਤੁਹਾਡੇ ਤੋਂ ਹੈ। ਹਾਂਜੀ, ਦੁਬਾਰਾ ਪਲੀਜ਼ ਇੱਕ ਵਾਰ ਰਿਪੀਟ ਕਰ ਦਿਓ, ਮੈਨੂੰ ਮੈਂ ਆਵਾਜ਼ ਨਹੀਂ ਪਰਿਵਰਤਨ ਦੇ ਉੱਤੇ ਸਭ ਤੋਂ ਪਹਿਲਾਂ ਟੇਕ ਜਾਣਨਾ ਚਾਹੁੰਦਾ ਕਿ VHP ਇਸ ਨੂੰ ਕਿਵੇਂ ਦੇਖ ਰਹੀ ਹੈ ਪੰਜਾਬ ਦੇ ਵਿੱਚ। ਮੈਂ ਸ਼ੁਰੂਆਤ ਦੇ ਵਿੱਚ ਥੋੜੀ ਇਨਫੋਰਮੇਸ਼ਨ ਦਿੱਤੀ ਕਿ 1980-90 ਦੇ ਦਹਾਕੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਸਾਊਥ ਇੰਡੀਆ ਦੇ ਵਿੱਚ ਇਸ ਤਰੀਕੇ ਦੀ ਸਥਿਤੀ ਜਾਂ ਇਲਜ਼ਾਮ ਲੱਗਦੇ ਸੀ, ਉਹੀ ਸਥਿਤੀ ਅੱਜ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ। VHP ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ ਜੀ, VHP ਇਹਨੂੰ ਬਹੁਤ ਮਤਭਾਗੀਆਂ ਘਟਨਾਵਾਂ ਮੰਨਦੀ ਹੈ ਤੇ ਸਾਡਾ ਇਹ ਮੰਨਣਾ ਹੈ ਕਿ ਜੇ ਕਿਸੇ ਦੇਸ਼ ਨੂੰ ਗੁਲਾਮ ਕਰਨਾ ਹੈ ਤਾਂ ਪਹਿਲਾਂ ਉਹਨਾਂ ਦੀ ਸੰਸਕ੍ਰਿਤੀ ਖਤਮ ਕੀਤੀ ਜਾਵੇ, ਉਹਨਾਂ ਦੇ ਜਿਹੜੀ ਆਸਥਾ ਦੇ ਕੇਂਦਰ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਜਾਵੇ, ਜਿਨ੍ਹਾਂ ਤੇ ਉਹ ਮਾਣ ਕਰਦੇ ਆ ਉਹਨਾਂ ਤੋਂ ਉਹਨਾਂ ਨੂੰ ਦੂਰ ਕੀਤਾ ਜਾਵੇ। ਜਿਹੜਾ ਉਹਨਾਂ ਦਾ ਪੂਰਨ ਤੌਰ ਤੇ ਇਤਿਹਾਸ ਹੁੰਦਾ ਹੈ, ਉਸ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਲੋਕਾਂ ਦੀ ਆਸਥਾ ਉਸ ਇਤਿਹਾਸ ਤੋਂ ਖਤਮ ਕੀਤੀ ਜਾਵੇ। ਜਿਹੜਾ ਇਹ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ, ਇਸ ਦੇ ਵਿਸ਼ੇ ਤੇ ਵਿਸ਼ਵ ਹਿੰਦੂ ਪਰਿਸ਼ਦ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਰੌਲਾ ਪਾ ਰਹੀ ਹੈ। 1965 ਚ ਵਿਸ਼ਵ ਹਿੰਦੂ ਪਰਿਸ਼ਦ ਦੀ ਸਥਾਪਨਾ ਹੋ ਗਈ। ਅਸੀਂ ਪਹਿਲੇ ਦਿਨ ਤੋਂ ਇਹ ਰੌਲਾ ਪਾ ਰਹੇ ਹਾਂ ਵੀ ਛੱਤੀਸਗੜ੍ਹ, ਝਾਰਖੰਡ, ਉੜੀਸਾ, ਕੇਰਲਾ, ਤਮਿਲਨਾਡੂ, ਆਂਧਰ ਪ੍ਰਦੇਸ਼, ਯੂਪੀ, ਬਿਹਾਰ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਤੋਂ ਬਹੁਤ ਜ਼ਿਆਦਾ ਇਹ ਕ੍ਰਿਸਚਨ ਜਿਹੜੇ ਮਿਸ਼ਨਰੀ ਨੇ, ਇਹਨਾਂ ਨੇ ਝੂਠੇ ਵਾਅਦੇ ਕਰਕੇ ਵੀ ਤੁਹਾਡਾ ਇਲਾਜ ਕਰ ਦਿਆਂਗੇ, ਪ੍ਰਾਰਥਨਾ ਕਰਾਂਗੇ, ਤੁਸੀਂ ਠੀਕ ਹੋ ਜਾਓਗੇ, ਇਸ ਤਰੀਕੇ ਨਾਲ ਭਰਮਾ ਕੇ ਲੋਕਾਂ ਨੂੰ ਆਪਣੇ ਕੋਲੇ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ ਸਾਡੇ ਦੇਵੀ ਦੇਵਤੇ ਤੇ ਸਾਡੇ ਗੁਰੂ ਸਾਹਿਬਾਨ ਨੇ ਜਿਹੜੇ, ਉਹਨਾਂ ਦੇ ਆ ਗੱਲਾਂ, ਉਹਨਾਂ ਦੇ ਇਤਿਹਾਸ ਤੋੜ ਮਰੋੜ ਕੇ ਪੇਸ਼ ਕਰਦੇ ਨੇ ਤੇ ਉਹਨਾਂ ਨੂੰ ਵਗਰਲਾ ਕੇ ਇਹ ਆਪਣੇ ਧਰਮ ਦੇ ਵਿੱਚ ਲੈ ਕੇ ਜਾਂਦੇ ਨੇ, ਉਹਨਾਂ ਨੂੰ ਲਾਲਚ ਵੀ ਦਿੰਦੇ ਨੇ। ਅੰਤ ਮਕਸਦ ਇਹਨਾਂ ਦਾ ਸਾਡੀ ਸੰਸਕ੍ਰਿਤੀ ਤੇ ਹਾਵੀ ਹੋਣਾ, ਸਾਡੀ ਸੰਸਕ੍ਰਿਤੀ ਨੂੰ ਖਤਮ ਕਰਨਾ, ਉਸ ਤੋਂ ਬਾਅਦ ਇਸ ਦੇਸ਼ ਨੂੰ ਗੁਲਾਮ ਬਣਾਉਣਾ, ਇਸ ਦੇਸ਼ 'ਚ ਸਿਵਲ ਵਾਰ ਕ੍ਰੀਏਟ ਕਰਨੀ ਤੇ ਮੁੜ ਕੇ ਆਪਣੇ ਜਿਹੜੇ ਪ੍ਰੋਡਕਟ ਨੇ ਉਹ ਵਿਦੇਸ਼ਾਂ ਤੋਂ ਲਿਆ ਕੇ ਹਿੰਦੁਸਤਾਨ 'ਚ ਵੇਚਣੇ। ਇਹਨਾਂ ਦਾ ਮੇਨ ਮਕਸਦ ਜਿਹੜਾ ਹੈਗਾ ਧਰਮ ਦੇ ਰਾਸਤੇ ਤੋਂ ਹੋ ਕੇ ਕਮਾਈ ਤੱਕ ਨੂੰ ਜਾਂਦਾ ਹੈ। ਮਤਲਬ ਤੁਹਾਨੂੰ ਲੱਗਦਾ ਹੈ ਦੇਸ਼ ਦੇ ਲਈ ਖਤਰਾ ਹੈ ਜੇ ਧਰਮ ਪਰਿਵਰਤਨ ਹੋ ਰਿਹਾ ਜਾਂ ਕਰਵਾਇਆ ਜਾ ਰਿਹਾ, ਤਾਂ ਦੇਸ਼ ਲਈ ਖਤਰਾ ਹੈ, ਦੇਸ਼ ਦੀ ਸ਼ਾਂਤੀ ਦੇ ਲਈ, ਅਮਨ ਸ਼ਾਂਤੀ ਲਈ ਪੂਰਨ ਤੌਰ ਤੇ ਦੇਸ਼ ਲਈ ਖਤਰਾ ਹੈ ਜੀ। ਵਿਸ਼ਵ ਹਿੰਦੂ ਪਰਿਸ਼ਦ ਬਹੁਤ ਆਵਾਜ਼ ਚੱਕਦੀ ਰਹੀ ਹੈ। ਚੰਗੀ ਗੱਲ ਹੈ ਕਿ ਅਕਾਲ ਤਖਤ ਨੇ ਵੀ ਇਸ ਦਾ ਸੰਗਿਆਨ ਲਿੱਤਾ। ਅੰਡਰ ਦਾ ਐਕਟ ਆਫ ਡਰੱਗਸ ਐਂਡ ਮੈਜੀਕਲ ਰੈਮੇਡੀ ਦੇ ਤਹਿਤ ਜਿੰਨੇ ਵੀ ਪਾਸਟਰ ਇਹ ਕਹਿੰਦੇ ਨੇ ਵੀ ਅਸੀਂ ਪ੍ਰਾਰਥਨਾ ਦੇ ਨਾਲ ਕਿਡਨੀ, ਲੀਵਰ, ਲੰਗਸ ਠੀਕ ਕਰ ਦਿਆਂਗੇ, ਉਹਨਾਂ ਦੇ ਉੱਤੇ ਧਾਰਾਵਾਂ ਬਣਦੀਆਂ ਨੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਪਤਾ ਨਹੀਂ ਕਿਉਂ
ਅੱਜ ਤੱਕ ਪ੍ਰਸ਼ਾਸਨ ਕੰਨਿਓ ਇਹਨਾਂ ਪਾਸਟਰਾਂ ਖਿਲਾਫ ਕੋਈ ਸਖਤ ਕਾਰਵਾਈ ਕਰਦੇ ਹੋਏ FIR ਕੱਟ ਕੇ ਇਹਨਾਂ ਨੂੰ ਜੇਲ੍ਹਾਂ 'ਚ ਨਹੀਂ ਸਿੱਟਿਆ ਗਿਆ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਉਮੀਦ ਕਰਦਾ ਕਿ ਜੋਸਫ ਜੀ ਸਾਡੇ ਨਾਲ ਜੁੜ ਜਾਣ, ਉਹਨਾਂ ਤੱਕ ਆਵਾਜ਼ ਪਹੁੰਚੇ ਸਾਡੀ, ਉਹਨਾਂ ਦਾ ਰਿਐਕਸ਼ਨ ਇੱਥੇ ਬਹੁਤ ਜ਼ਰੂਰੀ ਹੈ। ਜੋਸਫ ਜੀ, ਆਵਾਜ਼ ਪਹੁੰਚ ਰਹੀ ਹੈ ਮੇਰੀ? ਮੈਂ ਦੁਬਾਰਾ ਉਹਨਾਂ ਦਾ ਰਿਐਕਸ਼ਨ ਲਵਾਂਗਾ। ਬਹੁਤ ਜ਼ਰੂਰੀ ਹੈ ਇਸ ਸਮੇਂ ਕਿ ਉਹਨਾਂ ਨੂੰ ਅਸੀਂ ਨਾਲ ਜੋੜੀਏ ਤਾਂ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਹੇ ਨੇ ਉਹਨਾਂ ਦੇ ਉੱਤੇ ਕੀ ਕੁਝ ਉਹਨਾਂ ਦਾ ਰਿਐਕਸ਼ਨ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ। ਮੈਂ ਰੁਕ ਕਰ ਲੈਣਾ ਇੱਕ ਵਾਰ ਫਿਰ ਤੋਂ ਚਾਵਲਾ ਜੀ ਦਾ। ਚਾਵਲਾ ਜੀ, ਤੁਸੀਂ ਗੁੰਮਰਾਹ ਕਰਨ ਵਾਲੇ ਕਹਿ ਰਹੇ ਹੋ ਕਿ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਪਰ ਪ੍ਰਗਟ ਸਿੰਘ ਦੀ ਸਟੇਟਮੈਂਟ ਬਹੁਤ ਅਹਿਮ ਹੈ ਔਰ ਰੈਲੀਵੈਂਟ ਵੀ ਨਜ਼ਰ ਆਉਂਦੀ ਹੈ। ਉਹ ਕਹਿ ਰਹੇ ਨੇ ਕਿ ਧਰਮ ਪ੍ਰਚਾਰ ਕਿਵੇਂ ਕਰ ਰਹੇ ਹੋ, ਈਸਾਈ ਕਿਵੇਂ ਕਰ ਰਹੇ ਨੇ, ਹਿੰਦੂ ਕਿਵੇਂ ਕਰ ਰਹੇ ਨੇ, ਸਿੱਖ ਕਿਵੇਂ ਕਰ ਰਹੇ ਨੇ, ਉਸ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇਕਰ ਉਹ ਧਰਮ ਪ੍ਰਚਾਰ ਕਰ ਰਹੇ ਨੇ ਆਪਣਾ, ਤਾਂ ਧਰਮ ਪ੍ਰਚਾਰ ਜਿਨ੍ਹਾਂ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਨੂੰ ਜ਼ਿਆਦਾ ਕਰਨਾ ਹੋਏਗਾ। ਸਿੱਧੇ ਤੌਰ ਦੇ ਉੱਤੇ ਉਹ SGPC ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਧਰਮ ਪ੍ਰਚਾਰ ਇੰਨਾ ਸ਼ੁਰੂ ਕਰ ਦਿਓ ਕਿ ਦੂਜੇ ਵਾਲੇ ਪਾਸੇ ਕੋਈ ਜਾਵੇ ਹੀ ਨਾ। ਮੈਂ ਨਹੀਂ ਸਮਝਦਾ ਕਿ ਸਰਦਾਰ ਪ੍ਰਗਟ ਸਿੰਘ ਦੀ ਨੇ ਕੋਈ ਜਾਂ ਤਾਂ ਉਹ ਸਾਡੇ ਇਸ ਖੇਤਰ ਦੇ ਨਾਲ ਜੁੜੇ ਨਹੀਂ ਹੋਏ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਨਹੀਂ। ਧਰਮ ਪ੍ਰਚਾਰ ਦੇ ਮਾਮਲੇ 'ਚ ਜਿੰਨਾ ਪ੍ਰਚਾਰ ਇਸ ਵੇਲੇ SGPC ਜਾਂ ਹੋਰ ਸੰਸਥਾਵਾਂ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਚੱਲ ਰਿਹਾ, ਸਾਡੇ ਪਤਾ ਨਹੀਂ ਕੋਈ 20-22 ਤਾਂ ਚੈਨਲ ਹੀ ਆ ਜਿਹੜੇ ਸਾਰਾ ਦਿਨ ਪ੍ਰਚਾਰ ਦੇ ਤੌਰ ਤੇ ਉਹਦੇ ਲੱਗੇ ਰਹਿੰਦੇ ਆ ਵੱਖ-ਵੱਖ ਥਾਵਾਂ ਤੋਂ। ਉਸ ਤੋਂ ਇਲਾਵਾ ਹਰ ਇਲਾਕੇ ਅੰਦਰ ਅਸੀਂ ਜਿਹੜੀਆਂ ਉਹ ਕੋਈ ਨਾ ਕੋਈ ਮੁਹਿੰਮ ਸਾਡੀ ਅੱਜ ਵੀ ਅਮਰ ਛਕੋ ਸਿੰਘ ਸਜੋ ਜਿਹੜੀ ਲਹਿਰ ਹੈ ਉਹ ਚੱਲ ਰਹੀ ਆ, ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਲਹਿਰ ਚੱਲ ਰਹੀ ਆ। ਇਹਦੇ ਵਿੱਚ ਅਸੀਂ ਬਕਾਇਦਾ ਪਿੰਡਾਂ ਵਿੱਚ ਆਪਣੇ ਅਨੰਦਪੁਰ ਸਾਹਿਬ ਦੇ ਹਲਕੇ ਦੇ ਪਿੰਡਾਂ ਵਿੱਚ ਬਹੁਤ ਪਿੰਡਾਂ ਵਿੱਚ ਜਾ ਕੇ ਜਿਹੜਾ ਸਾਡਾ ਪ੍ਰਚਾਰ ਆ, ਸਾਡਾ ਚੌਥਾ ਦਿਨ ਆ ਲਗਾਤਾਰ ਅਸੀਂ ਜਿਹੜਾ ਉਹਨਾਂ ਪਿੰਡਾਂ ਵਿੱਚ ਵੱਡੇ ਵੱਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਜਾ ਰਹੇ ਹਾਂ ਸੰਗਤਾਂ ਵਿੱਚ। ਹੁਣ ਵੀ ਤੁਹਾਡਾ ਮੈਸੇਜ ਆਉਣ ਤੇ ਮੈਂ ਤੁਹਾਡੇ ਕੋਲ ਬੈਠਾ ਨੇ, ਮੈਂ ਇੱਥੇ ਸਾਡੇ ਲੰਗ ਮਜਾਰੀ ਪਿੰਡ ਆ, ਮੈਂ ਉੱਥੇ ਹੋਣਾ ਸੀ ਜੀ। ਤੇ ਇਹ ਸਾਡਾ ਪ੍ਰਚਾਰ ਬਹੁਤ ਚੱਲ ਰਿਹਾ, ਲੇਕਿਨ ਗੱਲ ਹੈ ਵੀ ਜਿਹੜੇ ਸਾਡੇ ਲੋਕ ਨੇ ਉਹ ਤਾਂ ਸਾਡੇ ਨੇ। ਸਰਦਾਰ ਪ੍ਰਗਟ ਸਿੰਘ ਇਸ ਚੀਜ਼ ਨੂੰ ਸਮਝਦੇ ਨਹੀਂ ਕਿ ਲਾਲਚ ਅਸੀਂ ਇਹਨਾਂ ਲੋਕਾਂ ਨੂੰ, ਸਾਡੇ ਲਾਲਚ ਦਾ ਨਹੀਂ, ਲਾਲਚ ਦਾ ਦੂਜੇ ਲੋਕਾਂ ਨੂੰ ਗੁੰਮਰਾਹ ਕਰਨ। ਦੁਨੀਆ ਜਿਹੜੀ ਆ ਨਾ ਉਹ ਬਾਬੇ ਰਾਮ ਰਹੀਮ ਦੇ ਮਗਰ ਕਿੰਨੀ ਵੱਡੀ ਤੁਰ ਗਈ, ਕਿੰਨਾ ਵੱਡਾ ਲੋਕਾਂ ਦਾ ਕਿੰਨਾ ਵੱਡਾ ਅੱਜ ਵੀ ਉਹ ਜੇਲ੍ਹ 'ਚ ਬੈਠਾ ਜਾ ਕੇ ਜੇਲ੍ਹ ਨੂੰ ਮੱਥੇ ਟੇਕੀ ਜਾਂਦੇ ਆ। ਦੇਖੋ ਡੇਰੇ ਵੀ ਬਹੁਤ ਹੈ ਨਾ ਪੰਜਾਬ ਦੇ ਵਿੱਚ। ਜੇ ਧਰਮ ਪ੍ਰਚਾਰ ਹੋ ਰਿਹਾ ਹੈ ਤਾਂ ਉਸ ਦੇ ਉੱਤੇ ਵੀ ਕਈ ਲੋਕ ਕਹਿੰਦੇ ਨੇ ਕਿ ਧਰਮ ਪ੍ਰਚਾਰ ਉਸ ਤਰੀਕੇ ਨਾਲ ਨਹੀਂ ਹੋ ਰਿਹਾ, ਖਾਸ ਤੌਰ ਤੇ ਸਿੱਖ ਪ੍ਰਚਾਰਕ ਨੇ ਪੰਜਾਬ ਦੇ ਵਿੱਚ ਉਹ ਬਹੁਤ ਸਾਰੇ ਅਜਿਹੀ ਗੱਲ ਕਹਿੰਦੇ ਨੇ ਕਿ SGPC ਦੇ ਵੱਲੋਂ ਉਸ ਪੱਧਰ ਤੇ ਨਹੀਂ ਕੀਤਾ ਜਾ ਰਿਹਾ ਧਰਮ ਪ੍ਰਚਾਰ। ਪੌਮਾ ਜੀ ਦਾ ਰਿਐਕਸ਼ਨ ਲੈ ਲਵਾਂ, ਤੁਸੀਂ ਇਸ ਦੇ ਉੱਤੇ ਰਿਐਕਟ ਕਰਿਓ। ਪੌਮਾ ਜੀ, ਤੁਹਾਨੂੰ ਲੱਗਦਾ ਹੈ ਕਿ SGPC ਜਿਸ ਪੱਧਰ ਦੇ ਉੱਤੇ ਪ੍ਰਚਾਰ ਇਸ ਸਮੇਂ ਕਰ ਰਹੀ ਹੈ ਔਰ ਉਹ ਧਰਮ ਪ੍ਰਚਾਰ ਇੰਨਾ ਹੈ ਕਿ ਕਨਵਰਜਨ ਨੂੰ ਰੋਕਿਆ ਜਾ ਸਕੇ, ਧਰਮ ਪਰਿਵਰਤਨ ਜੋ ਲੋਕ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ? ਵੇਖੋ, ਜਿਹੜੀ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਗੱਲ ਕੀਤੀ ਆ ਨਾ, ਆਪਾਂ ਉਹਨਾਂ ਦਾ ਇਸ ਕਰਕੇ ਗੱਲ ਕੰਡੈਮ ਨਾ ਕਰ ਦਈਏ ਕਿ ਉਹ ਕਾਂਗਰਸ ਨਾਲ ਸੰਬੰਧਿਤ ਨੇ। ਆਪਾਂ ਨੂੰ ਕੁਝ ਜਿਹੜੀਆਂ ਕੌੜੀਆਂ ਹਕੀਕਤਾਂ ਸੱਚਾਈਆਂ ਨੇ ਉਹ ਕਬੂਲ ਕਰਨੀਆਂ ਪੈਣਗੀਆਂ। ਵੇਖੋ, ਮੈਂ ਨਹੀਂ ਕਹਿੰਦਾ ਵੀ ਕੋਈ ਘੱਟ ਕਰ ਰਿਹਾ ਕੋਈ ਵੱਧ ਕਰ ਰਿਹਾ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਭਾਵੇਂ ਸੰਤ ਮਹਾਂਪੁਰਸ਼ ਨੇ, ਭਾਵੇਂ ਧਾਰਮਿਕ ਜਥੇਬੰਦੀਆਂ ਨੇ। ਮੈਨੂੰ ਵੀ ਸੁਣਾਓ ਨਾ ਕੀ ਬੋਲਦੇ। ਮੈਂ ਚਾਵਲਾ ਹੀ ਕਹਿਣਾ ਆਪਣੀ ਟੀਮ ਨੂੰ ਨਾ, ਦੇਖਿਓ ਪੌਮਾ ਜੀ ਤੱਕ ਆਵਾਜ਼, ਪੌਮਾ ਜੀ ਦੀ ਆਵਾਜ਼ ਨਹੀਂ ਪਹੁੰਚ ਰਹੀ ਤਾਂ ਜ਼ਰੂਰ ਇੱਕ ਵਾਰੀ ਟੀਮ ਚੈੱਕ ਕਰ ਲਓ ਜੀ। ਪੌਮਾ ਜੀ ਕੰਪਲੀਟ ਕਰ ਲਓ ਸਰ ਪਲੀਜ਼। ਮੈਂ ਇਹ ਗੱਲ ਕਹਿ ਰਿਹਾ ਸੀ ਵੀ ਜਿਹੜੀ ਗੱਲ ਸਰਦਾਰ ਪ੍ਰਗਟ ਸੋਹਣਾ ਨੇ ਗੱਲ ਕਹੀ ਹੈ ਕਿ ਆਪਾਂ ਉਹ ਇਸ ਕਰਕੇ ਕੰਡੈਮ ਨਾ ਕਰ ਦਈਏ ਕਿ ਉਹ ਕਾਂਗਰਸੀ ਆ। ਜੇ ਕੋਈ ਸੱਚੀ ਗੱਲ ਕਰਦਾ, ਕੌੜੀ ਸੱਚਾਈ ਬਿਆਨ ਕਰਦਾ, ਤੇ ਆਪਾਂ ਨੂੰ ਉਹ ਕਬੂਲ ਕਰ ਲੈਣੀ ਚਾਹੀਦੀ ਆ। ਵੇਖੋ, ਸਾਰੀਆਂ ਸੰਸਥਾਵਾਂ ਧਰਮ ਦਾ ਪ੍ਰਚਾਰ ਕਰ ਰਹੀਆਂ ਨੇ, ਪਰ ਵੱਡੇ ਪੱਧਰ ਤੇ ਕੋਈ ਤਰੁੱਟੀਆਂ ਸਾਡੇ ਸਾਰਿਆਂ ਕੋਲ ਰਹਿ ਗਈਆਂ ਨੇ ਕਿ ਉਹਦੇ ਕਰਕੇ ਹੀ ਧਰਮ ਪ੍ਰਚਾਰ ਦੀ ਘਾਟ ਕਰਕੇ ਜਾਂ ਅਸੀਂ ਪਿੰਡਾਂ 'ਚ ਜਾਣਾ ਛੱਡ ਦਿੱਤਾ। ਸਾਡੇ ਪ੍ਰਚਾਰਕਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਆਪਣੀ ਸਹੀ ਡਿਊਟੀ ਨਹੀਂ ਨਿਭਾਈ, ਜਿਸ ਕਰਕੇ ਇਹ ਜਿਹੜੇ ਨੇ ਕ੍ਰਿਸਚਨ ਭਾਈਚਾਰੇ ਦੇ ਪ੍ਰਚਾਰਕ ਸਾਡੇ ਭੋਲੇ ਭਾਲੇ ਲੋਕਾਂ ਨੂੰ, ਗਰੀਬ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰ ਰਿਹਾ। ਇੱਕ ਕੌੜੀ ਸੱਚਾਈ ਹੈਗੀ ਆ। ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ, ਮਤਲਬ ਤੁਹਾਨੂੰ ਲੱਗਦਾ ਕਿ SGPC ਦੇ ਧਰਮ ਪ੍ਰਚਾਰ 'ਚ ਕੋਈ ਨਾ ਕੋਈ ਕਮੀ ਰਹਿ ਰਹੀ ਹੈ?
ਨਹੀਂ, ਇਹ ਸਾਡੇ ਸਾਰਿਆਂ 'ਚ ਕਮੀਆਂ ਰਹੀਆਂ ਜੀ, ਸਾਡੇ ਸਾਰਿਆਂ 'ਚ, ਇਕੱਲੀ ਇੱਕ ਦੀ ਨਹੀਂ, ਸਾਡੇ ਸਾਰਿਆਂ 'ਚ ਕਮੀਆਂ ਹੈਗੀਆਂ, ਜਿਸ ਕਰਕੇ ਜਿਹੜਾ ਵਾ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੇ ਸਾਡੇ ਘਰ ਦੇ ਵਿੱਚ ਸੰਨ ਲਾਈ ਆ। ਜੇ ਅਸੀਂ ਸਹੀ ਪ੍ਰਚਾਰ ਪਿੰਡਾਂ ਤੱਕ ਸਾਰਿਆਂ ਕੀਤਾ ਹੁੰਦਾ, ਕ੍ਰਿਸਚਨ ਭਾਈਚਾਰੇ ਦੇ ਲੋਕ ਸਾਡੇ ਘਰਾਂ 'ਚ ਸੰਨ ਨਹੀਂ ਸੀ ਲਾ ਸਕਦੇ। ਜਿਹੜੀ ਗੱਲ ਮੈਂ ਦੂਸਰੀ ਕਹਿਣਾ ਚਾਹੁੰਦਾ, ਇਹ ਲੋਕ ਅੱਜ ਸਾਡੇ ਧਰਮ ਦੇ ਮਗਰ ਨਹੀਂ ਲੱਗੇ। ਅੱਜ ਇਹ ਲੋਕ 1949 'ਚ ਜਦੋਂ ਇਹਨਾਂ ਮਹਾਰਾਜਾ ਦਲੀਪ ਸਿੰਘ ਜੀ ਦਾ ਧਰਮ ਪਰਿਵਰਤਨ ਕਰਵਾ ਕੇ ਸਿੱਖਾਂ ਦਾ ਰਾਜ ਭਾਗ ਹੀ ਧੋਖੇ ਨਾਲ ਇਹਨਾਂ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੇ ਖੋਹ ਲਿਆ ਸੀ। ਦੂਸਰੀ ਗੱਲ ਮੈਂ ਸਿੱਖ ਸੰਗਤਾਂ ਨੂੰ ਸੁਚੇਤ ਕਰਨਾ ਚਾਹੁੰਦਾ ਤੇ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਕਿਤੇ ਵੀ ਕ੍ਰਿਸਚਨ ਭਾਈਚਾਰੇ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਨਤਾ ਨਹੀਂ ਦਿੱਤੀ ਗਈ। ਬਾਕੀ ਸਾਰੇ ਧਰਮਾਂ ਨੂੰ ਜਿਹੜਾ ਵਾ ਉਹਨਾਂ ਦਾ ਸਤਿਕਾਰ ਕੀਤਾ ਗਿਆ, ਮਾਨਤਾ ਦਿੱਤੀ ਗਈ, ਭਗਤਾਂ ਨੂੰ ਮਾਨਤਾ ਦਿੱਤੀ ਗਈ, ਉਹਨਾਂ ਦਾ ਸਤਿਕਾਰ ਕੀਤਾ ਗਿਆ, ਪਰ ਕ੍ਰਿਸਚਨ ਭਾਈਚਾਰੇ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਮਾਨਤਾ ਜਿਹੜੀ ਆ ਨਹੀਂ ਦਿੱਤੀ ਗਈ। ਤੇ ਪੰਜਾਬ ਦੇ ਸਾਧ ਸੰਗਤ ਨੂੰ, ਪੰਜਾਬ ਦੇ ਲੋਕਾਂ ਨੂੰ, ਇਹਨਾਂ ਲੋਕਾਂ ਦੀਆਂ ਜੋ ਇਹ ਤਣਾਅ ਵਾਲੀਆਂ, ਟਕਰਾਓ ਵਾਲੀਆਂ ਸਾਜ਼ਿਸ਼ਾਂ ਕਰ ਰਹੇ ਆ, ਮਾਹੌਲ ਬਣਾ ਰਹੇ ਆ, ਉਹਦੇ ਤੋਂ ਸੁਚੇਤ ਹੋਣ ਦੀ ਲੋੜ ਆ। ਅਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ ਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਸਮੇਤ 8-9 ਹੋਰ ਸਟੇਟਾਂ ਦੇ ਵਿੱਚ ਧਰਮ ਪਰਿਵਰਤਨ ਤੇ ਪਾਬੰਦੀ ਲੱਗੀ ਆ, ਪੰਜਾਬ ਦੇ ਵਿੱਚ ਵੀ ਧਰਮ ਪਰਿਵਰਤਨ ਤੇ ਜਿਹੜੀ ਆ ਪਾਬੰਦੀ ਜਿਹੜੀ ਆ ਲਾਈ ਜਾਣੀ ਚਾਹੀਦੀ ਆ। ਜੇ ਨਾ ਲਾਈ ਗਈ, ਇਹਨਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਨੂੰ ਠੱਲ ਨਾ ਪਾਈ ਗਈ ਤੇ ਪੰਜਾਬ 'ਚ ਕਿਸੇ ਵੇਲੇ ਵੀ ਖੂਨੀ ਟਕਰਾਅ ਜਿਹੜਾ ਵਾ ਇਹ ਪੈਦਾ ਹੋ ਸਕਦਾ। ਠੀਕ ਹੈ, ਜੋਸਫ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਰ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਹੁਣ? ਅੱਜ ਉਹਨਾਂ ਦਾ ਹੀ ਕਮੈਂਟ ਬਹੁਤ ਜ਼ਰੂਰੀ ਹੈ ਔਰ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਕੋਸ਼ਿਸ਼ ਕਰਦਾ ਕਿ ਦੁਬਾਰਾ ਉਹਨਾਂ ਦੇ ਨਾਲ ਜ਼ਰੂਰ ਗੱਲ ਹੋਵੇ। ਬਹੁਤ ਸਾਰੇ ਸਵਾਲ ਲਾਜ਼ਮੀ ਤੌਰ ਤੇ ਉਹਨਾਂ ਤੋਂ ਪੁੱਛਣੇ ਬਣਦੇ ਨੇ ਇਸ ਸਮੇਂ ਔਰ ਜ਼ਰੂਰੀ ਨੇ, ਪਰ ਜਿਹੜਾ ਇਸ ਸਮੇਂ ਇੱਕ ਹੋਰ ਵੀ ਮੁੱਦਾ ਜ਼ਰੂਰ ਗਰਮਾ ਰਿਹਾ ਹੈ ਕਿ ਐਸਜੀਪੀਸੀ ਤੇ ਡੀਐਸਜੀਐਮਸੀ ਵੱਖੋ ਵੱਖਰੇ ਤੌਰ ਦੇ ਉੱਤੇ ਕਿਉਂ ਘਰ ਵਾਪਸੀ ਵਾਲੀ ਮੁਹਿੰਮ ਨੂੰ ਚਲਾ ਰਹੇ ਨੇ। ਜੇ ਧਰਮ ਪਰਿਵਰਤਨ ਦਾ ਮੁੱਦਾ ਇੱਕੋ ਹੈ, ਮੰਜ਼ਿਲ ਇੱਕੋ ਹੈ ਘਰ ਵਾਪਸੀ ਵਾਲੀ, ਤਾਂ ਫਿਰ ਆਖਿਰ ਕਿਉਂ ਇਸ ਤਰੀਕੇ ਨਾਲ ਵੱਖ-ਵੱਖ ਨੇ? ਇੱਕ ਚਾਵਲਾ ਜੀ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੂੰਗਾ। ਦੇਖੋ, ਕਮੀਆਂ ਰਹਿ ਰਹੀਆਂ ਨੇ, ਹਾਲਾਂਕਿ ਐਸਜੀਪੀਸੀ ਨੂੰ ਲੈ ਕੇ ਡਾਇਰੈਕਟਲੀ ਭੋਮਾ ਜੀ ਨਹੀਂ ਕਹਿ ਰਹੇ, ਪਰ ਕਹਿ ਰਹੇ ਨੇ ਕਿ ਕਮੀਆਂ ਸਭ ਦੇ ਕੋਲ ਰਹੀਆਂ ਨੇ। ਇਸ ਕਰਕੇ ਹੀ ਜੇ ਮਿਸ਼ਨਰੀਜ਼ ਨੇ ਸੰਨ ਲਗਾਈ ਹੈ ਤਾਂ ਫਿਰ ਉਸ ਦੀ ਵਜ੍ਹਾ ਉਹੀ ਹੈ। ਪਰ ਸਵਾਲ ਇਹ ਵੀ ਹੈ ਕਿ ਵੱਖ-ਵੱਖ ਕਿਉਂ? ਵੱਖ-ਵੱਖ ਕਿਉਂ? ਕਿ ਐਸਜੀਪੀਸੀ ਘਰ ਵਾਪਸੀ ਅਲੱਗ ਮੁਹਿੰਮ ਚਲਾਉਂਦੀ ਹੈ, ਡੀਐਸਜੀਐਮਸੀ ਪੰਜਾਬ ਦੇ ਵਿੱਚ ਅਲੱਗ ਮੁਹਿੰਮ ਚਲਾਉਂਦੀ ਹੈ। ਅਜਿਹੀ ਸਥਿਤੀ ਕਿਉਂ ਬਣ ਰਹੀ ਹੈ? ਕਿ ਇਹ ਦੋ ਧੜੇ ਜਿਹੜੇ ਵੱਖ-ਵੱਖ ਹੋਏ ਆ, ਕਿਉਂਕਿ ਪਹਿਲਾਂ ਤਾਂ ਜਿਹੜੀ ਗੱਲ ਇਹ ਕਹਿ ਰਿਹਾ ਕਿ ਸਾਡੀਆਂ ਕਮੀਆਂ ਦੀ ਗੱਲ ਆ, ਉਹ ਠੀਕ ਆ ਕਿ ਪਤਾ ਨਹੀਂ ਸਾਨੂੰ ਸਿੱਖਾਂ ਨੂੰ ਇਹ ਪ੍ਰੋਬਲਮ ਬੜੀ ਵੱਡੀ ਆ ਕਿ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਜਿਹੜੀ ਸੰਸਥਾ ਅਸੀਂ ਖੜੀ ਕੀਤੀ, ਆਪਾਂ ਸਾਡੇ ਬਜ਼ੁਰਗਾਂ ਨੇ, ਅਸੀਂ ਉਹਨੂੰ ਸਾਰੇ ਉਹਨਾਂ ਦੇ ਟੈਕਸ ਸਾਡਾ ਸਿੱਖਾਂ ਦਾ ਹੀ ਜ਼ਿਆਦਾ ਹੈ। ਪਤਾ ਨਹੀਂ ਇਹ ਆਪਣੀ ਰਾਜਨੀਤਿਕ ਜਿਹੜੀਆਂ ਸਾਡੀਆਂ ਹੈਗੀਆਂ ਹੁੰਦੀਆਂ ਮਨ ਵਿੱਚ ਅਸੀਂ ਪੂਰੀਆਂ ਕਰਨ ਵਾਸਤੇ ਖਾਹਿਸ਼ਾਂ, ਉਹਦੇ ਵਾਸਤੇ ਅਸੀਂ ਕੁਛ ਤਾਂ ਉਸ ਵੀ ਲੈ ਲੈਂਦੇ ਹਾਂ। ਤੇ ਦੂਜਾ ਜਿਹੜਾ ਵੱਖ-ਵੱਖ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਕੀਤਾ ਨਹੀਂ, ਇਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆ ਕੇ ਨਹੀਂ ਰੱਖੀ ਹੈ ਨਾ ਪੰਜਾਬ ਦੇ ਵਿੱਚ। ਦਿੱਲੀ ਗੁਰਦੁਆਰਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਿੱਚ ਕਰ ਰਹੀ ਸੀ, ਉਦੋਂ ਬਕਾਇਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਮੇਟੀ ਇਕੱਠੇ ਚੱਲ ਰਹੇ। ਉਹ ਸਾਡਾ ਉੱਥੇ ਕੋਈ ਪਿਛਲੇ 20 ਸਾਲ ਤੋਂ ਪਹਿਲਾਂ ਤਾਂ ਦਿੱਲੀ ਵਿੱਚ ਹਰ ਸਟੇਟ ਵਿੱਚ ਇੱਕ ਮਿਸ਼ਨ ਸਾਡਾ ਹੁੰਦਾ, ਸਾਡੇ ਬਕਾਇਦਾ ਮੈਂਬਰ ਵੀ ਉੱਥੇ ਦਿੱਲੀ ਤੋਂ ਕੁਆਰਟ ਹੁੰਦੇ ਆ, ਬੜਾ ਪੁਰਾਣਾ ਇਹ ਸਾਡਾ ਰਿਲੇਸ਼ਨ ਹੈ। ਲੇਕਿਨ ਪੰਜਾਬ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁੰਦਿਆਂ ਕਿਸੇ ਕਮੇਟੀ ਨੇ ਹੋਰ ਇਸ ਤਰ੍ਹਾਂ ਦਾ ਨਾ ਤਾਂ ਕਦੀ ਸਟੈਪ ਲਿਆ, ਕਦੇ ਹਜੂਰ ਸਾਹਿਬ ਵਾਲਿਆਂ ਨੇ, ਕਦੇ ਪਟਨਾ ਸਾਹਿਬ ਵਾਲਿਆਂ ਨੇ, ਕਿਤੇ ਹੋਰ ਕਿਸੇ ਸਟੇਟ ਦੇ ਆਗੂਆਂ ਨੇ। ਇਹ ਦਿੱਲੀ ਕਮੇਟੀ ਨੇ ਜਦੋਂ ਇਹਨਾਂ ਦਾ ਮੋਦੀ ਸਾਹਿਬ ਨਾਲ ਨਵਾਂ ਰਿਸ਼ਤਾ ਹੋਇਆ, ਉਸ ਵੇਲੇ ਉਹਨਾਂ ਨੇ ਇਹ ਨਵੀਂ ਇੱਕ ਜਿਹੜੀ ਗੱਲ ਕਰਕੇ ਤੇ ਇਹ ਨਵਾਂ ਇੱਕ ਉਧਰਲੇ ਪਾਸੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਇਹ ਕੀਤਾ। ਉਹਦੇ ਭੋਮਾ ਸਾਹਿਬ ਨੂੰ ਚਲੋ ਠੀਕ ਹੈ, ਉਹਨਾਂ ਨੇ ਮੁਖੀ ਥਾਪਿਆ, ਪਰ ਇਹ ਹੋਇਆ ਤਾਂ ਆ ਵਾਕਈ ਇਸ ਵਾਸਤੇ ਕਿ ਕੇਵਲ ਉਹ ਜਿਹੜੇ ਉੱਪਰ ਦੇ ਆਪਣੇ ਆਕਾ ਹੈ ਉਹਨਾਂ ਦੀ ਖੁਸ਼ੀ ਲੈਣ ਵਾਸਤੇ, ਹੋਰ ਇਹਦੇ ਕੋਈ ਬਹੁਤ ਵੱਡਾ ਪ੍ਰਚਾਰ ਦਾ ਕੋਈ ਰੌਲਾ ਨਹੀਂ। ਡੀਐਸਜੀਐਮਸੀ ਵਾਲੇ ਮੁੱਦੇ ਤੇ ਨਾ ਚਲੇ ਜਾਈਏ, ਮੈਂ ਤੁਹਾਡੇ ਕੋਲ ਵਾਪਸ ਆਉਂਗਾ ਔਰ ਉਮੀਦ ਕਰਦਾ ਹਾਂ ਕਿ ਜੋਸਫ ਜੀ ਤੱਕ ਮੇਰੀ ਆਵਾਜ਼ ਜ਼ਰੂਰ ਪਹੁੰਚੇ। ਜੋਸਫ ਜੀ ਆਵਾਜ਼ ਆ ਰਹੀ ਹੈ? ਇਹੀ ਆ ਕਿ ਜੀ ਸਰ ਸੌਰੀ, ਉਹ ਆਡੀਓ ਦੀ ਥੋੜੀ ਮੁਸ਼ਕਲ ਆ ਗਈ ਸਰ, ਉਹਦੇ ਕਰਕੇ ਸਰ ਚਲੋ ਜ਼ਰੂਰੀ ਸੀਗਾ ਕਿ ਤੁਸੀਂ ਪੂਰੀ ਡਿਬੇਟ ਦੇ ਵਿੱਚ ਨਾਲ ਰਹਿੰਦੇ। ਬਹੁਤ ਸਾਰੇ ਸਵਾਲ ਲਗਾਤਾਰ ਉੱਠ ਰਹੇ ਨੇ, ਪਰ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰਦਾ। ਤੁਹਾਡੇ ਉੱਤੇ ਇਲਜ਼ਾਮ ਨੇ, ਮਿਸ਼ਨਰੀਜ਼ ਦੇ ਉੱਤੇ ਇਲਜ਼ਾਮ ਨੇ
ਕਿ ਲੋਕਾਂ ਨੂੰ ਈਸਾਈ ਧਰਮ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ, ਲਾਲਚ ਦੇ ਕੇ, ਗੁੰਮਰਾਹ ਕਰਕੇ। ਗੌਰਵ ਜੀ, ਬੀਤੇ ਸਮੇਂ ਦੇ ਵਿੱਚ ਵੀ ਤੁਸੀਂ ਇਸ ਗੱਲ ਤੇ ਡਿਬੇਟ ਕੀਤੀ, ਬੜੀ ਚੰਗੀ ਗੱਲ। ਔਰ ਮੇਰੀ ਦੁਪਹਿਰੇ ਵੀ ਇੱਕ ਸੰਸਥਾ ਦੇ ਨਾਲ, ਸਾਡੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾਕਟਰ ਬਲਕਾਰ ਸਿੰਘ ਵੀ ਉਹਦੇ ਨਾਲ ਸੀਗੇ। ਉਹਨਾਂ ਵੀ ਬੜੇ ਵਿਸਥਾਰ ਦੇ ਨਾਲ ਇੱਕ ਗੱਲ ਦੱਸੀ ਆ ਕਿ ਇੱਥੇ ਧਰਮ ਪਰਿਵਰਤਨ ਦਾ ਕੋਈ ਮੁੱਦਾ ਨਹੀਂ ਆ, ਸਿਰਫ ਤੇ ਸਿਰਫ ਇੱਕ ਸਿਆਸੀ ਜਿਹੜਾ ਇਹਨਾਂ ਰੋਟੀਆਂ ਸੇਕਣ ਵਾਲਾ ਕੰਮ ਕੀਤਾ ਹੈ ਆਪਣੇ। ਜਿੱਦਾਂ ਹੁਣੇ ਮੇਰੇ ਭਾਈ ਸਾਹਿਬ ਨੇ ਮੇਰੇ ਤੋਂ ਪਹਿਲਾਂ ਜਿਹੜੇ ਬੋਲ ਰਹੇ ਸੀਗੇ, ਉਹਨਾਂ ਦੱਸਿਆ ਆ ਕਿ ਵਾਕਿਆ ਹੀ ਇਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਇਹ ਸਾਰੇ ਇਲਜ਼ਾਮ ਲਾ ਰਹੇ ਨੇ। ਪਿੱਛੇ SGPC ਦੇ ਜਿਹੜੇ ਪ੍ਰਧਾਨ ਧਾਮੀ ਸਾਹਿਬ, ਉਹਨਾਂ ਦੀ ਵੀ ਸਟੇਟਮੈਂਟ ਸੀ ਕਿ ਵੀ ਇੱਥੇ ਕੋਈ ਧਰਮ ਪਰਿਵਰਤਨ ਦਾ ਮੁੱਦਾ ਨਹੀਂ। ਢੀਂਡਸਾ ਸਾਹਿਬ ਦਾ ਪਿੱਛੇ ਬਿਆਨ ਸੀ। ਤੁਸੀਂ ਇਹ ਦੇਖੋ ਜੋਸਫ ਜੀ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ ਕਿਉਂਕਿ ਬਹੁਤ ਵਾਰੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਚਰਚਾ ਹੋ ਚੁੱਕੀ ਹੈ, ਪਰ ਮੈਂ ਸਿੱਧਾ ਸਵਾਲ ਕਰਦਾ ਕਿ ਧਰਮ ਪਰਿਵਰਤਨ ਕਰਕੇ ਈਸਾਈ ਭਾਈਚਾਰੇ ਦੇ ਨਾਲ ਲੋਕ ਜੁੜ ਰਹੇ ਨੇ ਜਾਂ ਨਹੀਂ ਜੁੜ ਰਹੇ ਨੇ? ਵੇਖੋ, ਮੈਂ ਬੇਨਤੀ ਇਹੋ ਕਰ ਰਿਹਾ ਕਿ ਸਭ ਤੋਂ ਜਿਹੜਾ ਵੱਡਾ ਇਹਨਾਂ ਦਾ ਇਲਜ਼ਾਮ ਹੈ ਕਿ ਇਹ ਲਾਲਚ ਦੇ ਕੇ ਇਹ ਗੁੰਮਰਾਹ ਕਰਦੇ ਨੇ, ਇਹ ਲਾਲਚ ਦਿੰਦੇ ਨੇ। ਅਗਰ ਗੌਰਵ ਜੀ ਬਾਰਡਰ ਏਰੀਏ ਦੇ ਵਿੱਚ ਅਸੀਂ ਵੇਖੀਏ ਨਾ, ਤੁਹਾਡੇ ਇੱਥੇ ਬਹੁਤ ਸਾਰੇ ਮੀਡੀਆ ਦੇ ਲੋਕ ਨੇ ਜਿਨ੍ਹਾਂ ਨੇ ਘਰ ਘਰ ਜਾ ਕੇ ਵੇਖਿਆ, ਇੱਥੇ ਇੱਕ ਆਪਾਂ ਕਿਸਾਨ ਏਕਤਾ ਤੇ ਮਜ਼ਦੂਰ ਏਕਤਾ ਦੇ ਪਿੱਛੇ ਗੱਲ ਬਹੁਤ ਚੱਲੀ ਔਰ ਬੜਾ ਵੱਡਾ ਐਜੀਟੇਸ਼ਨ ਜਿਹੜਾ ਦਿੱਲੀ ਦੇ ਵਿੱਚ ਹੋਇਆ। ਮੈਂ ਸਮਝਦਾ ਆ ਕਿ ਮਜ਼ਦੂਰ ਜਿਹੜੇ ਨੇ, ਸਾਡੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ, ਗਰੀਬ ਲੋਕ ਜਿਹੜੇ ਨੇ, ਸਿੱਖ ਭਾਈਚਾਰੇ ਦੇ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਬਹੁਤ ਵੱਡੀ ਸਾਂਝ ਇਹਨਾਂ ਦੀ ਹੈਗੀ ਆ ਲੰਮੇ ਸਮੇਂ ਤੋਂ। ਜੋ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਦੀ ਸਾਂਝ ਇਹਨਾਂ ਦੀ ਆ। ਉਸ ਸਾਂਝ ਨੂੰ ਤੋੜਨ ਵਾਸਤੇ ਨਹੀਂ ਸਰ, ਕਹਿ ਰਹੇ ਕਿ ਤੁਸੀਂ ਟਾਰਗੇਟ ਕਰਦੇ ਹੋ ਗਰੀਬਾਂ ਨੂੰ, ਗਰੀਬ ਪਰਿਵਾਰਾਂ ਨੂੰ, ਮਜ਼ਦੂਰਾਂ ਨੂੰ ਟਾਰਗੇਟ ਕਰਦੇ ਹੋ, ਉਹਨਾਂ ਨੂੰ ਲਾਲਚ ਦੇ ਕੇ ਆਪਣੇ ਵਾਲੇ ਪਾਸੇ ਕਰਦੇ ਹੋ। ਤੁਹਾਡੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ। ਸਰ, ਗਰੀਬ ਨੂੰ ਟਾਰਗੇਟ ਉਹ ਕਰ ਸਕਦਾ ਜਿਹੜਾ ਅਮੀਰ ਹੋਵੇ, ਜਿਹੜਾ ਅਮੀਰ ਹੋਵੇ ਉਹ ਟਾਰਗੇਟ ਕਰਦਾ ਹੈ। ਅਸੀਂ ਤੇ ਵੈਸੇ ਹੀ ਗਰੀਬ ਆ, ਸਾਡੇ ਤੇ ਸੰਸਥਾ ਸਾਰੀਆਂ ਗਰੀਬ ਨੇ। ਅਸੀਂ ਪਾਸਟਰ ਸਾਹਿਬਾਨਾਂ ਦੀ ਗੱਲ ਕਰੀ, ਜਿਹੜੇ ਪ੍ਰਚਾਰਕ ਨੇ, ਉਹਨਾਂ ਦੇ ਘਰ ਜਾ ਕੇ ਵੇਖ ਲਓ, ਉਹ ਵਿਚਾਰਿਆਂ ਦੀ ਰੋਟੀ ਨਹੀਂ ਪੂਰੀ ਹੋ ਰਹੀ। ਸਾਡੀ ਐਜੂਕੇਸ਼ਨ ਤੁਸੀਂ ਵੇਖ ਲਓ, 70% ਸਾਡੇ ਬੱਚੇ ਜਿਹੜੇ ਨੇ ਅਨਐਜੂਕੇਟਡ ਨੇ, ਉਹਨਾਂ ਕੋਲ ਤੇ ਆਪ ਰੋਟੀ ਖਾਣ ਨੂੰ ਪੈਸਾ ਨਹੀਂ ਹੈ। ਠੀਕ ਹੈ, ਤੁਸੀਂ ਕਹਿ ਰਹੇ ਹੋ ਨਹੀਂ, ਦੇਖੋ ਇਹ ਇਲਜ਼ਾਮ ਲੱਗਦੇ ਨੇ ਕਿ ਬਹੁਤ ਸਾਰੀਆਂ ਚਰਚ ਖੁੱਲ ਗਈਆਂ ਪੰਜਾਬ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਉੱਤੇ। ਜੇ ਚਰਚ ਖੁੱਲ ਰਹੀ ਹੈ, ਪੈਸਾ ਤਾਂ ਲੱਗ ਰਿਹਾ ਨਾ ਸਰ, ਪੈਸਾ ਹੋਊਗਾ ਤਾਂ ਹੀ ਲੱਗੇਗਾ, ਪਰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਪੈਸਾ ਨਹੀਂ ਹੈ। ਗੌਰਵ ਜੀ, ਮੈਂ ਉਹੀ ਬੇਨਤੀ ਕਰ ਰਿਹਾ ਕਿ ਨਾ ਤੇ ਸਾਨੂੰ ਕੋਈ ਸਰਕਾਰ ਪੱਖੋਂ ਕੋਈ ਮਦਦ ਅੱਜ ਤੱਕ ਪੰਜਾਬ ਦੇ ਵਿੱਚ, ਨਾ ਸਾਡਾ ਕੋਈ MLA ਬਣ ਸਕਿਆ, ਨਾ ਸਾਡਾ ਕੋਈ MP ਬਣ ਸਕਿਆ। ਗ੍ਰਾਂਟ ਸਰਕਾਰ ਤੋਂ ਅਸੀਂ ਨਹੀਂ ਲੈ ਸਕਦੇ, ਚਰਚ ਦੇ ਨਾਂ ਤੇ ਗ੍ਰਾਂਟ ਕੋਈ ਨਹੀਂ ਮਿਲਦੀ। ਅਗਰ ਕੋਈ ਪਰਿਵਾਰ ਦੇ ਵਿੱਚ ਕੋਈ ਆਪਣੇ ਘਰ ਦੇ ਵਿੱਚ ਕੋਈ ਦੁਆ ਕਰਨਾ ਚਾਹੁੰਦਾ, ਬੰਦਗੀ ਕਰਨਾ ਚਾਹੁੰਦਾ ਆ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਉਂ ਆਪਾਂ ਇੰਨਾ ਵੱਡਾ ਇਸ਼ੂ ਕਰ ਦਿੱਤਾ। ਇੱਕ ਤਗੜੇ ਵਰਗ ਨੂੰ, ਇੱਕ ਜਿਹੜਾ ਪੰਜਾਬ ਦੇ ਅੰਦਰ ਮੈਜੋਰਿਟੀ ਦੇ ਵਿੱਚ ਵਰਗ ਆ, ਜਿਹੜੀਆਂ ਸਰਕਾਰਾਂ ਚੱਲ ਰਹੀਆਂ ਲੰਮੇ ਸਮੇਂ ਤੋਂ, ਉਸ ਸਰਕਾਰ ਨੂੰ ਜਾਂ ਉਸ ਵਰਗ ਨੂੰ ਜਾਂ ਉਸ ਇੱਕ ਤਗੜੇ ਤੁਸੀਂ ਜੋਸਫ ਜੀ, ਤੁਸੀਂ ਕਹਿ ਰਹੇ ਹੋ ਕਿ ਸਿਆਸੀ ਲਾਹੇ ਦੇ ਲਈ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ। ਤੁਸੀਂ ਇਹ ਕਹਿ ਰਹੇ ਹੋ ਗੌਰਵ ਜੀ। ਇੱਕ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ, ਕਾਈਂਡਲੀ 1 ਮਿੰਟ ਦੇ ਦਿਓ। ਜੀ ਪਲੀਜ਼, ਸਮਾਂ ਬਹੁਤ ਨਿਕਲ ਚੁੱਕਾ। ਸਰ, ਇਹਨਾਂ ਨੂੰ ਸੋਚਣਾ ਪਊਗਾ, ਸਾਡੇ ਪੰਜਾਬ ਦੇ ਵਿਦਵਾਨਾਂ ਨੂੰ ਘੋਖ ਕਰਨੀ ਪਊਗੀ ਕਿ ਦਿੱਲੀ ਸਾਡੇ ਨਾਲ, ਪੰਜਾਬ ਨਾਲ ਕਿਉਂ ਵਿਤਕਰਾ ਕਰ ਰਹੀ ਆ। 1947 ਦੀ ਮੈਂ ਗੱਲ ਕਰਾਂ, ਸੌਰੀ ਮੈਂ ਮੁੱਦੇ ਦੇ ਵਿੱਚ ਹੀ ਹਾਂ, ਲੇਕਿਨ 1947 ਦੇ ਵਿੱਚ ਬਹੁਤ ਵੱਡੇ ਤਾਦਾਦ ਤੇ ਮੁਸਲਿਮ ਭਾਈਚਾਰਾ ਤੇ ਈਸਾਈ ਭਾਈਚਾਰਾ, ਸਿੱਖ ਭਾਈਚਾਰਾ ਪੰਜਾਬ ਦੇ ਅੰਦਰ, ਹਿੰਦੂ ਭਾਈਚਾਰਾ ਵੱਸਦਾ ਸੀਗਾ। ਉਸ ਸਮੇਂ ਵੀ ਦਿੱਲੀ ਦੇ ਕੁਝ ਸਾਡੇ ਲੀਡਰ ਸਾਹਿਬਾਨਾਂ ਨੂੰ ਭੜਕਾ ਕੇ ਤੇ ਮੁਸਲਿਮ ਭਾਈਚਾਰੇ ਦੇ ਵਿੱਚ ਤੇ ਸਿੱਖ ਭਾਈਚਾਰੇ ਦੇ ਬਹੁਤ ਵੱਡਾ ਜੰਗ ਕਰਾਇਆ। 37 ਸਾਲਾਂ ਬਾਅਦ 1984 ਦੇ ਦੌਰਾਨ ਹਿੰਦੂ ਭਾਈਚਾਰੇ ਦੇ ਵਿੱਚ ਤੇ ਸਿੱਖ ਭਾਈਚਾਰੇ ਦੇ ਵਿੱਚ ਦਿੱਲੀ ਨੇ ਹੀ ਇੰਟਰਫੇਅਰ ਕਰਕੇ ਤੇ ਸਾਡੇ ਸਿੱਖ ਭਾਈਚਾਰੇ ਤੇ ਹਿੰਦੂ ਭਾਈਚਾਰੇ ਨੂੰ ਲੜਾਇਆ। ਅੱਜ ਫਿਰ 37 ਸਾਲਾਂ ਬਾਅਦ ਹੀ ਤੁਸੀਂ ਕੈਲਕੂਲੇਟ ਕਰਿਓ, ਇਹ 37 ਸਾਲਾਂ ਬਾਅਦ ਹੀ ਅੱਜ ਸਿੱਖ ਭਾਈਚਾਰੇ ਤੇ ਈਸਾਈ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਿਰਫ ਸਿੱਖ ਭਾਈਚਾਰੇ ਦੇ ਬੰਦਿਆਂ ਨੂੰ ਗੁੰਮਰਾਹ ਕਰਦੇ। ਮੈਂ ਮੰਨਣਾ ਇਹ ਜਿਹੜੀ ਗੱਲ ਕਹਿ ਰਹੇ ਵਾਕਿਆ ਹੀ। ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ, ਮੈਂ ਤੁਹਾਡਾ ਪੁਆਇੰਟ ਆ ਗਿਆ। ਥੋੜਾ ਤੁਸੀਂ ਬਹੁਤ ਲੇਟ ਜੁੜੇ ਹੋ, ਸਮਾਂ ਮੇਰੇ ਕੋਲ ਬਹੁਤ ਪੂਰਾ। ਹਰਪ੍ਰੀਤ ਜੀ, ਠੀਕ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਦਿੱਲੀ ਤੋਂ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ, ਔਰ ਸਿੱਖਾਂ ਔਰ ਈਸਾਈਆਂ ਨੂੰ ਲੜਵਾਉਣ ਦੀ ਕੋਸ਼ਿਸ਼ ਹੈ। ਹਰਪ੍ਰੀਤ ਜੀ ਦਾ ਇੱਕ ਰਿਐਕਸ਼ਨ ਹੈ। ਹਰਪ੍ਰੀਤ, ਕੋਕ ਕਰਨੀ ਪਊਗੀ। ਮੈਂ ਤੁਹਾਡੇ ਕੋਲ ਆ ਰਿਹਾ ਸਰ, ਤੁਸੀਂ ਰਿਐਕਸ਼ਨ ਦਿਓ ਨਾਲ ਸਭ ਨੂੰ ਜੋੜ ਕੇ। ਇੱਕ ਕੋਕ ਕਰਨੀ ਪਊਗੀ ਸਾਨੂੰ। ਮੈਂ ਸਖਤ ਟਿੱਪਣੀ ਕਰਨਾ ਚਾਹੁੰਦਾ ਜੋਸਫ ਜੀ ਦੇ ਉੱਤੇ, ਮੈਂ ਤੇ ਸਖਤ ਟਿੱਪਣੀ ਕਰਨਾ ਚਾਹੁੰਦਾ ਜੋਸਫ ਜੀ ਦੇ ਉੱਤੇ, ਜਿਹੜੇ ਸਿੱਖ ਧਰਮ ਨੂੰ ਪ੍ਰੇਮ ਕਰਦੇ ਨੇ, ਜਿਹੜੇ ਆਪਣੀ ਆਨ ਬਾਨ ਸ਼ਾਨ ਵਾਸਤੇ ਸੜਕਾਂ ਤੇ ਨਿਕਲੇ ਨੇ, ਜਿਹੜੇ ਆਪਣੇ ਭਾਈਚਾਰੇ ਚੋਂ ਗੁੰਮਰਾਹ ਹੋ ਕੇ ਬੰਦਿਆਂ ਨੂੰ ਧਰਮ ਪਰਿਵਰਤਨ ਨਹੀਂ ਕਰਾਉਣ ਦੇਣਾ ਚਾਹੁੰਦੇ, ਉਹਨਾਂ ਨੂੰ ਇਹ ਕਹਿ ਰਿਹਾ ਵੀ ਆਪਣੇ ਆਕਿਆਂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ। ਇਹ ਘੋਰ ਅਪਮਾਨ ਹੈ ਸਿੱਖੀ ਨੂੰ ਪ੍ਰੇਮ ਕਰਨ ਵਾਲੇ ਸਿੱਖਾਂ ਦਾ।
ਜੋਸਫ ਜੀ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਨੇ। ਦੂਜੀ ਗੱਲ ਜੋਸਫ ਜੀ ਨੇ ਇਹ ਕਹੀ ਵੀ ਮਜ਼ਦੂਰ, ਗਰੀਬ ਮਜ਼ਦੂਰ ਜੋ ਈਸਾਈ ਸੀਗੇ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਬਿਲਕੁਲ ਗਲਤ ਗੱਲ ਹੈ। ਮੈਂ ਕਹਿੰਦਾ ਜੋਸਫ ਜੀ ਦੱਸਣ ਇਹਨਾਂ ਦੇ ਈਸਾਈ ਭਾਈਚਾਰੇ ਨੇ ਗਲਤ ਟਿੱਪਣੀ ਨਾ ਕਰੋ। ਕੀ ਕਰ ਸਰ, ਲੋਕਾਂ ਦਾ ਗੱਲ ਪਹੁੰਚ। ਜੋਸਫ ਜੀ ਮੈਂ ਆ ਰਿਹਾ ਤੁਹਾਡਾ, ਬੇਫਿਕਰ ਰਹੋ, ਤੁਹਾਡੇ ਤੋਂ ਸਭ ਦੇ ਉੱਪਰ ਰਿਐਕਸ਼ਨ ਲਊਂਗਾ ਮੈਂ। ਜੋਸਫ ਜੀ ਥੋੜਾ ਜਿਹਾ ਵੇਟ ਕਰੋ, ਇੱਕ ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਲੋਕ ਸੁਣ ਰਹੇ ਨੇ, ਗਲਤ ਟਿੱਪਣੀ ਨਾ ਕਰੋ। ਦੇਸ਼ ਭਗਤਾਂ ਦੀ ਮੁਖਬਰੀ ਕੀਤੀ, ਗਲਤ ਟਿੱਪਣੀ ਨਾ ਕਰੋ, ਗਲਤ ਟਿੱਪਣੀ ਨਾ ਕਰੋ। ਮੈਂ ਬੇਨਤੀ ਕੀਤੀ, ਮੈਂ ਸਾਲ ਪਹਿਲਾਂ ਦੀ ਬੇਨਤੀ ਕੀਤੀ ਆ। ਮੈਂ ਸਾਲ ਪਹਿਲਾਂ ਦੀ ਬੇਨਤੀ ਕੀਤੀ ਜਦੋਂ ਕਿਸਾਨ ਯੂਨੀਅਨ ਜਿਹੜੀਆਂ, ਮਜ਼ਦੂਰ ਯੂਨੀਅਨ ਜਿਹੜੀਆਂ ਦਿੱਲੀ ਦੇ ਵਿੱਚ, ਉਹਨਾਂ ਨੇ ਇੱਕ ਇੱਕ ਕਰਕੇ ਜੋਸਫ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਪਲੀਜ਼, ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ, ਇੱਕ ਵਾਰੀ ਗੱਲ ਕੰਪਲੀਟ ਹੋ ਲੈਣ ਦਿਓ। ਤੁਸੀਂ ਆਪਣੀ ਗੱਲ ਰੱਖਿਓ, ਬੇਫਿਕਰ ਰਹੋ, ਟਾਈਮ ਪੂਰਾ ਦਊਂਗਾ। ਮੈਂ ਇਹਨਾਂ ਦੇ ਵਿੱਚ ਨਹੀਂ ਬੋਲਿਆ, ਮੈਂ ਇਹਨਾਂ ਦੀ ਗੱਲ ਜੀ 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 ਕੰਪਲੀਟ ਕਰ ਲਓ ਤੁਸੀਂ, ਥੋੜੀ ਛੋਟੀ ਗੱਲ ਰੱਖੋ, ਸਭ ਨੂੰ ਮੌਕਾ ਮਿਲੇ, ਆਪਾਂ ਜਵਾਬ ਵੀ ਲੈ ਸਕੀਏ। ਜੀ ਹਰਪ੍ਰੀਤ ਜੀ ਕੰਪਲੀਟ ਕਰ ਲਓ ਪਲੀਜ਼। ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਕੋਈ ਵੀ ਹੈਗਾ, ਚਾਹੇ ਕੋਈ ਆਮ ਇਨਸਾਨ ਹੈ, ਚਾਹੇ ਕੋਈ ਸਿੱਖ ਧਰਮ ਨੂੰ ਪਿਆਰ ਕਰਨ ਵਾਲਾ ਭਗਤ ਹੈ, ਰਾਮ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਦੇਵ ਜੀ, ਮਹਾਵੀਰ ਜੀ, ਵਾਲਮੀਕੀ ਜੀ ਦੇ ਚਰਨਾਂ ਦੇ ਵਿੱਚ, ਜੈਨ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਉਹਨਾਂ ਦੇ ਉੱਤੇ ਆਸਥਾ ਰੱਖਦਾ ਤੇ ਘਰ ਵਾਪਸੀ ਨੂੰ ਸਪੋਰਟ ਕਰਦਾ ਹੈ। ਵਿਸ਼ਵ ਹਿੰਦੂ ਪਰਿਸ਼ਦ ਹੁਣ ਤੱਕ ਤਕਰੀਬਨ 1.5 ਕਰੋੜ ਬੰਦਿਆਂ ਦੀ ਘਰ ਵਾਪਸੀ ਕਰ ਚੁੱਕਿਆ ਹੈ। ਅਸੀਂ ਉਹਨਾਂ ਦਾ ਸਾਥ ਦੇਣ ਲਈ ਤਿਆਰ ਹਾਂ। ਸਾਡੇ ਕੋਲ ਐਕਸਪੀਰੀਅੰਸ ਹੈ, ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ। ਜੇ ਕੋਈ ਧਰਮ ਪਰਿਵਰਤਨ ਦਾ ਵਿਰੋਧ ਕਰੇਗਾ ਤੇ ਘਰ ਵਾਪਸੀ ਕਰੇਗਾ, ਧਰਮ ਪਰਿਵਰਤਨ ਕਾਨੂੰਨ ਪੰਜਾਬ ਦੇ ਵਿੱਚ ਲਿਆਉਣਾ ਅੱਜ ਇੱਕ ਸਮੇਂ ਦੀ ਮੰਗ ਹੈ। ਤੇ ਜੋ ਗਿਆਨੀ ਹਰਪ੍ਰੀਤ ਜੀ ਨੇ ਕਿਹਾ ਵੀ ਸਿੱਖਾਂ ਦਾ ਗੁੰਮਰਾਹ ਕਰਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ, ਅਸੀਂ ਵਿਸ਼ਵ ਹਿੰਦੂ ਪਰਿਸ਼ਦ ਉਸ ਗੱਲ ਤੇ ਖੜੇ ਆ। ਤੇ ਜੇ ਅੱਜ ਤੋਂ ਬਾਅਦ ਸਿੱਖੀ ਨੂੰ ਪ੍ਰੇਮ ਕਰਨ ਵਾਲੇ ਦਾ ਕਿਸੇ ਲੀਡਰਾਂ ਦਾ ਗੁਲਾਮ ਕਹਿ ਕੇ ਜਾਂ ਲੀਡਰਾਂ ਨੂੰ ਖੁਸ਼ ਕਰਨ ਆਸਤੇ ਕਹਿ ਕੇ ਜੇ ਈਸਾਈ ਭਾਈਚਾਰੇ ਨੇ ਇਸ ਵਿਸ਼ੇ ਨੂੰ ਸਾਡੇ ਸਿੱਖਾਂ ਦੀ ਜਾਂ ਸਾਡੇ ਹਿੰਦੂਆਂ ਦੀ ਬੇਇੱਜ਼ਤੀ ਕੀਤੀ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਖੁਸ਼ ਇਹ ਕਰਨਾ ਚਾਹੁੰਦੇ ਆ ਵੈਂਟੀਕਨ ਸਿਟੀ ਨੂੰ, ਖੁਸ਼ ਇਹ ਕਰਨਾ ਚਾਹੁੰਦੇ ਆ ਵਿਦੇਸ਼ੀ। ਠੀਕ ਹੈ, ਤੁਸੀਂ ਆਪਣੀ ਗੱਲ ਰੱਖੀ, ਮੈਂ ਇਸ ਦੇ ਉੱਤੇ ਰਿਐਕਸ਼ਨ ਲੈਵਾਂ। ਥੋੜਾ ਜਿਹਾ ਸਮਾਂ ਦਿਓ ਹਰਪ੍ਰੀਤ ਜੀ, ਤੁਸੀਂ ਬਹੁਤ ਡਿਟੇਲ 'ਚ ਗੱਲ ਰੱਖੀ ਹੈ। ਚਾਵਲਾ ਜੀ ਤੁਹਾਡਾ ਇੱਕ ਰਿਐਕਸ਼ਨ ਜ਼ਰੂਰੀ ਹੈ। ਦੇਖੋ ਬਹੁਤ ਵੈਲਿਡ ਪੁਆਇੰਟ ਹੈ। ਉਹ ਕਹਿੰਦੇ ਕਿ ਤੁਸੀਂ ਤਾਂ ਮੈਜੋਰਟੀ ਦੇ ਵਿੱਚੋਂ, ਇੱਥੇ ਸਿੱਖ ਭਾਈਚਾਰਾ ਪੰਜਾਬ 'ਚ ਮੈਜੋਰਟੀ 'ਚ ਹੈ, ਤਕੜਾ ਜਿਹੜਾ ਭਾਈਚਾਰਾ ਤਕੜਾ ਨਜ਼ਰ ਆਉਂਦਾ ਹੈ ਕਿ ਸਾਡੇ ਕੋਲ ਤਾਂ ਪੈਸੇ ਨਹੀਂ ਹੈ, ਸਾਡੀ ਤਾਦਾਦ ਬਹੁਤ ਘੱਟ ਹੈ, ਸਾਡਾ ਕੋਈ ਐਮਐਲਏ ਨਹੀਂ, ਕੋਈ ਐਮਪੀ ਨਹੀਂ ਪੰਜਾਬ ਦੇ ਵਿੱਚ, ਸਾਨੂੰ ਕੋਈ ਗ੍ਰਾਂਟ ਨਹੀਂ ਮਿਲਦੀ, ਤਾਂ ਫਿਰ ਸਾਡੇ ਉੱਤੇ ਇਲਜ਼ਾਮ ਕਿਉਂ ਨਹੀਂ? ਹੁਣ ਇਹ ਧਰਮ ਪਰਿਵਰਤਨ ਕਰਕੇ ਐਮਪੀ ਐਮਐਲਏ ਬਣਾਉਣਾ ਚਾਹੁੰਦੇ ਆ। ਗੱਲ ਉਹ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਜਿਹੜੇ ਇਹਨਾਂ ਦੇ ਪਹਿਲਾ ਸਾਈ ਇਹਨਾਂ ਲੋਕਾਂ ਨੂੰ ਲਾਲਚ ਦਿੱਤਾ, ਇਹ ਤਾਂ ਇੱਕ ਓਪਨ ਜਿਹੜਾ ਸੀਕ੍ਰੇਟ ਹੈ, ਕੋਈ ਇਸ ਗੱਲ ਤੋਂ ਮੁੱਕਰ ਹੀ ਨਹੀਂ ਸਕਦਾ। ਸਾਡੇ ਕੋਲ ਤਾਂ ਪੈਸਾ ਹੈ ਨਹੀਂ। ਤੁਸੀਂ ਕੀ ਕਹਿ ਰਹੇ ਹੋ, ਪੈਸੇ ਦਾ ਲਾਲਚ ਦਿੰਦੇ? ਇਹ ਪੈਸਾ ਜੋਸਫ ਸਾਹਿਬ ਥੋੜੀ ਦੇ ਰਹੇ। ਜੋਸਫ ਸਾਹਿਬ ਜਿਹੜੀ ਗੱਲ ਕਹਿ ਰਹੇ ਆ, ਮੈਂ ਪਹਿਲਾਂ ਕਹੀ ਕਿ ਜਿਹੜੇ ਪਹਿਲਾਂ ਸਾਈ ਬਣਾਏ ਸੀ, ਉਹ ਸਾਈਆਂ ਦੀ ਜਾ ਕੇ ਹਾਲਤ ਪੁੱਛੋ, ਕੀ ਦਿੱਤਾ ਉਹਨਾਂ ਨੂੰ, ਕੀ ਉਹਨਾਂ ਦੇ ਪੱਲੇ ਰਹਿ ਗਿਆ। ਉਹਨਾਂ ਦੀ ਰੋਟੀ ਨਹੀਂ ਪੱਕਦੀ। ਮੈਂ ਤਾਂ ਕਹਿ ਰਿਹਾ ਇਹਨਾਂ ਨੂੰ ਵੀ ਲਾਲਚ ਦੇ ਕੇ ਹੀ ਬਣਾਇਆ ਸੀ। ਪਰ ਜੋਸਫ ਸਾਹਿਬ ਥੋੜੇ ਜਿਹੇ ਹੁਣ ਐਵੇਂ ਆਪਣੀ, ਜਿਵੇਂ ਬੰਦਾ ਸਟੈਂਡ ਤੇ ਖੜ ਜਾਂਦਾ, ਤੁਸੀਂ ਉਹਨਾਂ ਨੂੰ ਕੈਮਰੇ ਤੇ ਲੈ ਆਂਦਾ, ਕੈਮਰੇ ਤੇ ਕੀ ਕਹਿਣਗੇ? ਜਾਂ ਤਾਂ ਜੋਸਫ ਛੱਡੇ, ਜੋਸਫ ਨਾਂ ਦੇ ਨਾਲ ਜਿਹੜਾ ਬਦਲ ਕੇ ਇਹਨਾਂ ਨੇ, ਇਹ ਜੋਸਫ ਥੋੜੀ ਨੇ। ਜਿਹੜਾ ਅੱਜ ਦੀ ਗੱਲ ਆ, ਅੱਜ ਤਾਂ ਉਹਨਾਂ ਨੇ ਬਿਲਕੁਲ ਹੀ ਨਵਾਂ ਸਰੂਪ ਜਿਹੜਾ ਲਿਆਂਦਾ ਕਿ ਤੁਸੀਂ ਪੱਗਾਂ ਵੀ ਰੱਖੋ, ਦਾੜੀਆਂ ਵੀ ਰੱਖੋ, ਸਾਰਾ ਕੁਝ ਰੱਖੋ। ਵੇਖੋ ਜੋਸਫ ਹਰਾ ਤੇ ਸਾਰਾ ਕੁਝ ਬਦਲ ਲਿਆ, ਲੇਕਿਨ ਇਹਨਾਂ ਨੇ ਨਵਾਂ ਹੀ ਇੱਕ ਸਰੂਪ ਲਿਆਂਦਾ ਕਿ ਤੁਸੀਂ ਈਸਾਈ ਧਰਮ ਧਾਰਨ ਕਰੋ। ਇੰਨੀ ਵੱਡੀ ਛੋਟ ਦੇ ਰਹੇ ਆ। ਤੇ ਪਹਿਲਾਂ ਮੈਂ ਗੱਲ ਕਹੀ ਆ ਕਿ ਇਹ ਲਾਲਚ ਦੇ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਝੂਠੀਆਂ ਕਹਾਣੀਆਂ ਸੁਣਾ ਰਹੇ ਆ ਕਿ ਤੁਹਾਡੇ ਅਸੀਂ ਜਿਹੜੇ ਬਿਮਾਰੀਆਂ ਉਹਨਾਂ ਦਾ ਹੱਲ ਕਰਾਂਗੇ, ਤੁਹਾਡੇ ਹੋਰ ਦੁੱਖਾਂ ਦਾ ਉਹ ਹੱਲ ਕਰਾਂਗੇ। ਇਹ ਬਿਲਕੁਲ ਇਹਨਾਂ ਦੀ, ਜੋਸਫ ਸਾਹਿਬ ਦੀ ਬਿਲਕੁਲ ਐਵੇਂ ਬੇਤੁਕੀ ਗੱਲ ਹੈ। ਇਹ ਐਵੇਂ ਜਿਵੇਂ ਆਪਾਂ ਕਿਵੇਂ ਮੰਨ ਲਈਏ, ਜਿਹੜਾ ਆਮ ਲੋਕਾਂ ਦੀ ਚਰਚਾ ਹੈ ਇਸ ਗੱਲ ਦੀ, ਬਿਲਕੁਲ ਲਾਲਚ ਤੇ ਗੁੰਮਰਾਹ। ਜੋਸਫ ਜੀ ਮੈਂ ਰਿਐਕਸ਼ਨ ਲੈ ਲਵਾਂ, ਮੈਂ ਹਰਪ੍ਰੀਤ ਜੀ ਆਣਾ ਤੁਹਾਡੇ ਕੋਲ। ਜੋਸਫ ਜੀ ਤੁਹਾਡਾ ਰਿਐਕਸ਼ਨ ਜ਼ਰੂਰੀ ਹੈ ਸਰ ਇੱਥੇ। ਗੌਰਵ ਜੀ, ਇਹ ਜਿਹੜਾ ਆਪਾਂ ਐਵੇਂ ਛੇੜ ਆਉਣ ਵਾਲੀ ਗੱਲ ਕਰ ਰਹੇ ਹਾਂ, ਇੱਥੇ ਦੱਸੋ ਵੀ 70 ਸਾਲਾਂ 75 ਸਾਲ ਦੇਸ਼ ਦੀ ਆਜ਼ਾਦੀ ਤੁਹਾਡੀ ਆਵਾਜ਼ ਫੇਰ ਨਹੀਂ। ਜੀ 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 ਜੋਸਫ ਜੀ ਕੰਪਲੀਟ ਕਰ ਲਓ। ਜੋਸਫ ਜੀ ਆਵਾਜ਼ ਆ ਰਹੀ ਹੈ ਮੇਰੀ? ਜੋਸਫ ਜੀ ਦੀ ਆਵਾਜ਼ ਨਹੀਂ ਆ ਰਹੀ ਮੇਰੇ ਤੱਕ ਦੁਬਾਰਾ। ਅੱਜ ਟੈਕਨੀਕਲ ਇਸ਼ੂ ਬੜਾ। ਮੈਂ ਦੁਬਾਰਾ ਉਹਨਾਂ ਦਾ ਰੁਖ ਕਰਦਾ, ਬਹੁਤ ਜ਼ਰੂਰੀ ਹੈ ਉਹਨਾਂ ਦੇ ਇੱਥੇ ਰਿਐਕਸ਼ਨ ਨਾਲ। ਮੈਂ ਇੱਕ ਵਾਰੀ ਭੋਮਾ ਜੀ ਦਾ ਰੁਖ ਕਰ ਲਵਾਂ। ਭੋਮਾ ਜੀ
जी जी जोसफ जी आवाज आ रही है मेरी? जोसफ साहब सियाने है जी, वो जान के आवाज बंद कर लेते हैं। चलो कोई गल नहीं, मैं दोबारा ट्राई करदा कि ਆਪਾਂ ਉਹਨਾਂ ਨੂੰ ਜੋੜੀਏ। मैं ਭੋਮਾ ਜੀ ਦਾ ਇੱਕ ਵਾਰੀ ਰੁਕ ਕਰ ਲਵਾਂ। ਭੋਮਾ ਜੀ ਦੇਖੋ ਬਹੁਤ ਸਾਰੇ ਇਲਜ਼ਾਮਾਂ ਦੇ ਵਿਚਾਲੇ ਗੱਲ ਇਹ ਵੀ ਹੈ ਕਿ ਜੋ ਈਸਾਈ ਧਰਮ ਦੇ ਨਾਲ ਜੁੜੇ ਹੋਏ ਨੁਮਾਇੰਦੇ ਸਾਡੇ ਨਾਲ ਅੱਜ ਜੁੜੇ ਹੋਏ ਨੇ, ਉਹ ਇਹ ਕਹਿ ਰਹੇ ਨੇ ਕਿ ਅਸੀਂ ਕੁਝ ਨਹੀਂ ਅਜਿਹਾ ਕਰ ਰਹੇ ਜੋ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਦੂਜਾ ਪੁਆਇੰਟ ਉਹ ਇਹ ਵੀ ਕਹਿ ਰਹੇ ਨੇ ਕਿ ਸਿੱਖਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਵੀ ਇੱਕ ਸਾਜ਼ਿਸ਼ ਹੈ, ਕਿ ਇਹ ਸਾਜ਼ਿਸ਼ ਹੈ ਸਿੱਖਾਂ ਤੇ ਈਸਾਈਆਂ ਨੂੰ ਲੜਵਾਉਣ ਦੀ, ਜਿਸ ਨੂੰ ਸਮਝਣਾ ਹੋਵੇਗਾ ਵਿਦਵਾਨਾਂ ਨੂੰ। ਦੇਖੋ ਸਿੱਖ ਤੇ ਕਿਤੇ ਈਸਾਈਆਂ ਨਾਲ ਟਕਰਾਓ ਨਹੀਂ ਕਰ ਰਹੇ, ਸਿੱਖ ਕਿਤੇ ਤਣਾਅ ਪੈਦਾ ਨਹੀਂ ਕਰ ਰਹੇ, ਸਿੱਖ ਜਿਹੀ ਕੋਈ ਕਾਰਵਾਈ ਨਹੀਂ ਕਰ ਰਹੇ ਜਿਹਦੇ ਨਾਲ ਇਹ ਇਲਜ਼ਾਮ ਸਿੱਖਾਂ ਤੇ ਆਉਂਦਾ ਹੋਵੇ ਵੀ ਅਸੀਂ ਸਿੱਖ ਭਾਈਚਾਰੇ ਦੀਆਂ ਕਿਤੇ ਭਾਵਨਾ ਨੂੰ ਠੇਸ ਪਹੁੰਚਾਈ ਆ ਜਾਂ ਉਹਨਾਂ ਦੇ ਧਰਮ ਨੂੰ ਠੇਸ ਪਹੁੰਚਾਈ ਆ। ਸੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਵਾਂ, ਆਪਾਂ ਨੂੰ ਸੱਚਾਈਆਂ ਦੇ ਨੇੜੇ ਆਉਣਾ ਪਊਗਾ। ਆਪਾਂ ਨੂੰ ਇਹ ਵੀ ਤਕੀਆ ਕਲਾਮ ਬੰਦ ਕਰਨਾ ਕਰੂਗਾ ਕਿ ਫਲਾਣਾ ਆਪਣੇ ਅਕਾਵਾਂ ਨੂੰ ਖੁਸ਼ ਕਰ ਰਿਹਾ ਵਾ, ਮੈਂ ਕਹੂੰਗਾ ਦੂਜਾ ਅਕਾਵਾਂ ਅਕਾਵਾਂ ਨੂੰ ਖੁਸ਼ ਕਰ ਰਿਹਾ। ਜਿਵੇਂ ਸਾਡੇ ਦਿਲ ਇਲਜ਼ਾਮ ਆਇਆ ਕਿ ਅਸੀਂ ਆਪਣਾ ਦਿੱਲੀ ਦੇ ਅਕਾਵਾਂ ਨੂੰ ਖੁਸ਼ ਕਰ ਰਹੇ ਹਾਂ। ਹੁਣ ਵੇਖੋ ਕੱਲ ਤੇ ਆਪਾਂ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਰਾਸ਼ਟਰਪਤੀ ਦੀਆਂ ਵੋਟਾਂ ਬੀਜੇਪੀ ਨੂੰ ਪਾ ਕੇ ਹਟਿਆ, ਇਹ ਸਾਡੇ ਤੇ ਐਲੀਗੇਸ਼ਨ ਕਿੱਥੇ ਆ ਗਿਆ ਕਿ ਅਸੀਂ ਬੀਜੇਪੀ ਨੂੰ ਖੁਸ਼ ਕਰ ਰਹੇ ਹਾਂ ਜਾਂ ਉਹਨਾਂ ਨੂੰ ਅਕਾਵਾਂ। ਸਾਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਬੰਦ ਕਰਨੀਆਂ ਚਾਹੀਦੀਆਂ ਨੇ। ਗਰਾਊਂਡ ਲੈਵਲ ਦੀਆਂ ਹਕੀਕਤਾਂ ਨੂੰ ਸਮਝ ਕੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕੇ ਸਾਰੇ ਸਿੱਖ ਭਾਈਚਾਰੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਸਾਨੂੰ ਆਪਸੀ ਟਕਰਾਓ ਨਹੀਂ ਕਰਨਾ ਚਾਹੀਦਾ। ਹਰੇਕ ਜਥੇਬੰਦੀ ਆਪੋ ਆਪਣੇ ਢੰਗ ਨਾਲ ਮੁਹਿੰਮ ਕਿਉਂ ਸ਼ੁਰੂ ਕਰ ਲਈ ਤੇ ਕੋਈ ਪਾਬੰਦੀ ਨਹੀਂ। ਡੀਐਸਜੀਐਮਸੀ ਨੂੰ ਪੰਜਾਬ ਚ ਆ ਕੇ ਵਕਤ ਤੋਂ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਕੀ ਪੈ ਗਈ? ਤੁਸੀਂ ਐਸਜੀਪੀਸੀ ਦੇ ਨਾਲ ਖੜਦੇ, ਫਿਰ ਇਕੱਠੇ ਮੁਹਿੰਮ ਕੋਈ ਸ਼ੁਰੂ ਕਰਦੇ ਘਰ ਵਾਪਸੀ ਦੀ। ਵੇਖੋ ਮੈਂ ਇਸ ਗੱਲ ਦੀ ਤੁਹਾਡਾ ਮੈਂ ਜਵਾਬ ਦੇ ਰਿਹਾ। ਪੰਜਾਬ ਦੇ ਵਿੱਚ ਵੱਡੇ ਜਿਹੜਾ ਵਾ ਕ੍ਰਿਸਚਨ ਭਾਈਚਾਰੇ ਦੇ ਲੱਖਾਂ 'ਚ ਇੱਥੇ ਅੰਮ੍ਰਿਤਸਰ ਇਕੱਠ ਹੋਇਆ ਵਾ, ਜਲੰਧਰ ਇਕੱਠ ਹੋਇਆ ਵਾ, ਰੋਪੜ ਲਾਗੇ ਇਕੱਠ ਹੋਇਆ ਵਾ। ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਖਿਆ ਵਾ ਜਾਂ ਉਹਨਾਂ ਦੇ ਕੋਲ ਅਪੀਲਾਂ ਗਈਆਂ ਨੇ, ਲੋਕਾਂ ਨੇ ਕਿਹਾ ਵਾ ਕਿ ਤੁਸੀਂ ਆਣ ਕੇ ਇੱਥੇ ਧਰਮ ਪ੍ਰਚਾਰ ਕਰੋ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਣ ਕੇ 3 ਅਗਸਤ ਨੂੰ ਧਰਮ ਪ੍ਰਚਾਰ ਕਮੇਟੀ ਪੰਜਾਬ ਦਾ ਅੰਮ੍ਰਿਤਸਰ 'ਚ ਦਫ਼ਤਰ ਖੋਲ੍ਹਿਆ ਵਾ। ਦਾਸ ਨੂੰ ਉਹਦਾ ਸੇਵਾਦਾਰ ਥਾਪਿਆ ਗਿਆ ਵਾ। ਅਸੀਂ 3 ਅਗਸਤ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਪਿੰਡਾਂ 'ਚ ਪ੍ਰਚਾਰ ਕੀਤਾ ਵਾ। ਉਹਦੇ ਪ੍ਰਚਾਰ ਦੇ ਰਿਜ਼ਲਟ ਅੱਜ ਤੁਸੀਂ ਵੇਖਿਆ ਕਿ 1 ਦਰਜਨ ਦੇ ਕਰੀਬ ਜਿਹੜੇ ਆ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀ, ਜਿਨ੍ਹਾਂ ਕ੍ਰਿਸਚਨ ਭਾਈਚਾਰੇ 'ਚ ਉਹ ਤਬਦੀਲ ਹੋ ਗਏ ਸੀ, ਉਹਨਾਂ ਨੇ ਮੁੜ ਆਪਣੇ ਘਰ ਵਾਪਸੀ ਕੀਤੀ ਆ। ਸੋ ਮੈਨੂੰ ਇਹ ਬੇਨਤੀ ਕਰਦਾ ਮੈਂ ਸਾਰੇ ਵੀਰਾਂ ਨੂੰ, ਆਪਾਂ ਇਲਜ਼ਾਮਾਂ ਦੇ ਵਿੱਚ ਨਾ ਜਾਈਏ ਇੱਕ ਦੂਸਰੇ 'ਚ। ਆਪਾਂ ਸਾਰੇ ਇੱਕ ਦੂਸਰੇ ਨੂੰ ਗੱਲ ਵਕੜੀਆਂ ਪਾ ਕੇ ਜਿੱਥੇ ਕੋਈ ਬੈਠਾ ਵਾ ਆਪੋ ਆਪਣੇ ਢੰਗ ਨਾਲ ਪ੍ਰਚਾਰ ਕਰੀਏ, ਰਿਜ਼ਲਟ ਵਧੀਆ ਆਉਣਗੇ। ਤੇ ਇਹ ਜਿਹੜੇ ਕ੍ਰਿਸਚਨ ਭਾਈਚਾਰੇ ਦੇ ਲੋਕ ਨੇ, ਜਿਹੜੇ ਸਿੱਖ ਭਾਈਚਾਰੇ ਦੀ ਘੇਰਾਬੰਦੀ ਕਰ ਰਹੇ ਆ। ਜੀ ਚਾਵਲਾ ਜੀ, ਇਨਫੈਕਟ ਜੋਸਫ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਜੋਸਫ ਜੀ ਮੈਂ ਤੁਹਾਡੇ ਕੋਲ ਆ ਰਿਹਾ, ਪਰ ਚਾਵਲਾ ਜੀ ਇੱਕ ਰਿਐਕਸ਼ਨ ਜ਼ਰੂਰੀ ਹੈ ਤੁਹਾਡਾ ਸਰ। ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਕੱਟ ਕੇ ਆ ਰਹੀ ਹੈ ਜੀ। ਜੀ ਭੋਮਾ ਜੀ ਕਹਿ ਰਹੇ ਨੇ ਕਿ ਤੁਸੀਂ ਇਲਜ਼ਾਮ ਤਰਾਸ਼ੀਆਂ ਨੂੰ ਛੱਡ ਦਿਓ, ਕਿ ਜੇਕਰ ਇਕੱਠੇ ਹੋ ਕੇ ਨਾ ਅੱਗੇ ਤੁਰੇ ਤਾਂ ਫਿਰ ਧਰਮ ਪਰਿਵਰਤਨ ਵਾਲੇ ਮੁੱਦੇ ਦੇ ਉੱਤੇ ਨਹੀਂ ਕੋਈ ਕਦਮ ਚੁੱਕ ਸਕਾਂਗੇ। ਨਹੀਂ ਇਹ ਭੋਮਾ ਸਾਹਿਬ ਦੀ ਗੱਲ ਤਾਂ ਬੜੀ ਸਿਆਣੀ ਆ, ਮੈਂ ਨਹੀਂ ਕਹਿੰਦਾ, ਲੇਕਿਨ ਭੋਮਾ ਸਾਹਿਬ ਇਹ ਦੇਖਣਾ ਵੀ ਦਿੱਲੀ ਕਮੇਟੀ ਦੇ ਉਹ ਨੁਮਾਇੰਦੇ ਕਿਉਂ ਪੰਜਾਬ ਵਿੱਚ ਥਾਪੇ ਗਏ, ਦਿੱਲੀ ਕਮੇਟੀ ਨੂੰ ਕਿਹੜੀ ਅਪੀਲ ਲੋਕਾਂ ਨੇ ਕੀਤੀ ਉਹ ਦੱਸੋ, ਉਹ ਦਿਖਾਉਣ ਭੋਮਾ ਸਾਹਿਬ ਕਿ ਆਹ ਅਪੀਲ ਲੋਕਾਂ ਦੀ ਆਈ ਕਿ ਤੁਸੀਂ ਆਓ ਜੀ, ਤੁਹਾਡੀ ਲੋੜ ਪੈ ਗਈ ਆ ਪੰਜਾਬ ਦੇ ਵਿੱਚ। ਸਭ ਤੋਂ ਵੱਡੀ ਸੰਸਥਾ ਔਰ ਸਾਰੇ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਕੋਈ ਸੰਵਿਧਾਨਕ ਸੰਸਥਾ, ਕੋਈ ਇਹ ਨਹੀਂ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਵੇਂ 10 ਬੰਦਿਆਂ ਨੇ ਉੱਠ ਕੇ ਕਮੇਟੀ ਬਣ ਗਈ ਆ। ਇਹ ਬਕਾਇਦਾ ਚੋਣਾਂ ਹੋਣਗੀਆਂ, ਭੋਮਾ ਸਾਹਿਬ ਆ ਜਾਣ, ਇਲੈਕਸ਼ਨ ਲੜਨ, ਕੋਈ ਪ੍ਰੋਬਲਮ ਨਹੀਂ। ਲੇਕਿਨ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਪੀਲ ਕਿਹੜੀ ਕਰਤੀ ਇਹਨਾਂ ਨੂੰ, ਉਹਦੇ ਸ਼੍ਰੋਮਣੀ ਕਮੇਟੀ ਕਿਹੜਾ ਕੰਮ ਨਹੀਂ ਕਰ ਰਹੀ। ਇਸ ਵਾਸਤੇ ਇਹ ਜਿਹੜੇ ਗੱਲ ਇਹ ਕਹਿ ਰਿਹਾ ਬਿਲਕੁਲ ਝੂਠੇ ਤੇ ਕੇਵਲ ਆਪਣੀਆਂ, ਮੈਂ ਜਿਹੜੀ ਪਹਿਲਾਂ ਗੱਲ ਕਹੀ ਆ, ਕੋਈ ਦੋਸ਼ ਲਾਉਣ ਨੂੰ ਸਾਡਾ ਦਿਲ ਨਹੀਂ ਕਰਦਾ। ਅਸੀਂ ਕਹਿੰਦੇ ਆ ਕਿ ਸ਼ਕਤੀ ਇਕੱਠੀ ਕਰੋ, ਆ ਕੇ ਡਿਵੀਜ਼ਨ ਦੀ ਲਾਈਨ ਕਿੰਨੇ ਮਾਰੀ। ਚਲੋ ਆਪਾਂ ਡੀਰੇਲ ਨਾ ਹੋ ਜੇ ਉਸ ਪੂਰੇ ਮਸਲੇ ਦੇ ਉੱਤੇ, ਹਾਲਾਂਕਿ ਉਹ ਵੀ ਇੱਕ ਪਾਰਟ ਜ਼ਰੂਰ ਹੈ। ਹਰਪ੍ਰੀਤ ਜੀ ਥੋੜਾ ਟਾਈਮ ਦਿਓ। ਜੀ ਜੋਸਫ ਜੀ ਦਾ ਇੱਥੇ ਰਿਐਕਸ਼ਨ ਜ਼ਰੂਰੀ ਹੈ। ਜੋਸਫ ਜੀ ਆਵਾਜ਼ ਮੇਰੀ ਆ ਰਹੀ ਹੈ? ਅੱਜ ਬੜਾ ਟੈਕਨੀਕਲ ਇਸ਼ੂ ਹੈ ਜੀ ਗੌਰਵ ਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਸਰ, ਸਮਾਂ ਬਹੁਤ ਘੱਟ ਹੈ ਹੁਣ। ਗੌਰਵ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਸਾਡੇ ਇੱਕ ਸਾਥੀ ਨੇ ਬੇਨਤੀ ਕੀਤੀ ਵਿੱਚ ਆਵਾਜ਼ ਉਠਾਈ ਕਿ ਵੈਟੀਕਨ ਸਿਟੀ ਚਾਹੁੰਦੀ ਹੈ। ਵੈਟੀਕਨ ਸਿਟੀ ਕਦੀ ਵੀ ਨਹੀਂ ਇਹ ਚਾਹੁੰਦੀ, ਕਿਉਂਕਿ ਇਹਦਾ ਤੁਸੀਂ ਰਿਜ਼ਲਟ ਦੇਖੋ। ਜਿਹੜੇ ਸਾਡੇ ਇੱਥੋਂ ਬੱਚੇ, ਜਿਹੜੇ ਸਾਡੇ ਸਿੱਖ ਭੈਣ ਭਰਾ, ਉਧਰ ਜਾਦੇ ਹਿੰਦੂ ਭੈਣ ਭਰਾ ਜਿਹੜੇ
ਸਾਡੀਆਂ ਕ੍ਰਿਸਚੀਅਨ ਕੰਟਰੀਆਂ ਦੇ ਵਿੱਚ ਜਾ ਰਹੇ ਨੇ, ਉਹਨਾਂ ਵਿੱਚੋਂ ਦੱਸੋ ਵੀ ਕਿੰਨੀ ਤਾਦਾਦ ਵਿੱਚ ਉੱਥੇ ਉਹਨਾਂ ਨੇ ਕ੍ਰਿਸਚੀਅਨ ਬਣਾ ਲਏ ਨੇ। ਅੱਜ ਵੀ ਉੱਥੇ ਗੁਰਦੁਆਰੇ ਬਣਦੇ, ਚਰਚਾਂ ਦੇ, ਮੈਂ ਤਾਂ ਸਬੂਤ ਦੇ ਦਿਆਂਗੇ ਤੱਥਾਂ ਦੇ ਆਧਾਰ ਤੇ, ਸਾਡੇ ਚਰਚਾਂ ਨੂੰ ਖਾਲੀ ਕਰਕੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਨੇ। ਮੈਲਬਨ ਦੇ ਵਿੱਚ ਹੁਣੇ ਤਾਜ਼ਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਆ, ਉੱਥੇ ਤੇ ਇਹਨਾਂ ਨੂੰ ਵੈਲਕਮ ਕੀਤਾ ਜਾ ਰਿਹਾ, ਉੱਥੇ ਤੇ ਸਿੱਖੀ ਨੂੰ ਉਭਾਰਿਆ ਜਾ ਰਿਹਾ, ਸਿੱਖੀ ਨੂੰ ਇੱਕ ਬੜੀ ਵੱਡੀ ਮਾਨਤਾ ਦੇ ਰਹੀ ਕਿ ਇਹ ਬਹੁਤ ਵੱਡੀ ਇੱਕ ਵੱਡੀ ਕੌਮ ਹੈ ਜਿਹੜੀ ਲੋਕਾਂ ਦੀ ਸੇਵਾ ਕਰ ਰਹੀ ਆ। ਇੱਥੇ ਸਿਰਫ 3-4 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਗਰੀਬ ਭਾਈਚਾਰਾ ਵੱਸਦਾ ਆ, ਉੱਥੇ ਹੀ ਧਰਮ ਪਰਿਵਰਤਨ ਦੀ ਗੱਲ ਆ। ਇਹਨਾਂ ਦੀ ਗੌਰਵ ਜੀ ਨਹੀਂ, ਫਿਰ ਸਮਝਾਓ ਨਾ ਸਰ ਕਿ ਤੁਸੀਂ ਕੀ ਦੇਖਦੇ ਹੋ ਕਿ ਕਿਉਂ ਧਰਮ ਪਰਿਵਰਤਨ ਕਰਕੇ ਈਸਾਈ ਭਾਈਚਾਰੇ ਵਾਲੇ ਪਾਸੇ ਲੋਕ ਆ ਰਹੇ ਨੇ? ਗੌਰਵ ਜੀ, ਇਹ ਧਰਮ ਪਰਿਵਰਤਨ ਨਹੀਂ ਆ, ਇਹ ਇੱਕ ਇਹਨਾਂ ਦੀ ਆਪਣੀ, ਤੁਸੀਂ ਵੇਖਿਆ ਹੀ ਆ ਕਿ ਇੱਥੇ SGPC ਪੰਜਾਬ ਦੇ ਲੋਕਾਂ ਨੇ ਇੱਕ ਬਣਾਈ, ਉੱਥੋਂ ਦਿੱਲੀ ਤੋਂ ਇੱਕ ਕਮੇਟੀ ਆ ਕੇ ਬਹਿ ਗਈ ਕਿ ਇਹ ਕੰਮ ਨਹੀਂ ਠੀਕ ਕਰ ਰਹੇ। ਹੁਣ ਕੰਮ ਇਹ ਨਹੀਂ ਠੀਕ ਕਰ ਰਹੇ ਜਾਂ ਉਹ ਨਹੀਂ ਠੀਕ ਕਰ ਰਹੇ, ਇਹਦੇ ਵਿੱਚ ਕ੍ਰਿਸਚਨਾਂ ਦਾ ਕੀ ਰੋਲ ਹੈ ਜੀ, ਦੱਸਿਓ। ਨਹੀਂ ਪਰ ਤੁਸੀਂ ਇਹ ਵੀ ਸਮਝਾਓ। ਨਹੀਂ ਇੱਕ ਸੈਕਿੰਡ ਜੋਸਫ ਜੀ, ਇਹ ਸਮਝਾਓ ਕਿ ਇੱਕ ਦਿਹਾੜੀ ਕਰਨ ਵਾਲਾ ਸ਼ਖਸ ਜੋ 400-500 ਰੁਪਏ ਕਮਾ ਰਿਹਾ ਹੈ, ਕਿ ਉਹ ਇੰਨਾ ਪੋਲੀਟੀਕਲੀ ਸੋਚ ਰਿਹਾ ਹੈ ਕਿ ਦਿੱਲੀ ਵਾਲੇ ਕੀ ਕਰ ਰਹੇ ਨੇ, ਪੰਜਾਬ ਵਾਲੇ ਕੀ ਕਰ ਰਹੇ ਨੇ, ਔਰ ਇੰਨਾ ਪੂਰਾ ਮੰਥਨ ਕਰਨ ਤੋਂ ਬਾਅਦ ਉਹ ਡਿਸਾਈਡ ਕਰਦਾ ਹੈ ਕਿ ਠੀਕ ਹੈ ਮੈਂ ਹੁਣ ਆਪਣਾ ਧਰਮ ਪਰਿਵਰਤਨ ਕਰ ਲਵਾਂ। ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਿਲਕੁਲ ਨਹੀਂ ਸਰ, ਇਹ ਪ੍ਰੈਕਟੀਕਲੀ ਗੱਲ ਲੱਗਦੀ ਹੈ? ਬਿਲਕੁਲ ਨਹੀਂ। ਮੈਂ ਤੇ ਸਰ ਉਹ ਬੇਨਤੀ ਕਰ ਰਿਹਾ ਹਾਂ ਕਿ ਇਹਨਾਂ ਲੋਕਾਂ ਨੇ ਇੱਕ ਇਸ਼ੂ ਤਿਆਰ ਕਰ ਲਿਆ ਕਿ ਜਿਸ ਇਸ਼ੂ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਵਿਚਰ ਸਕਦੇ ਹਾਂ। ਹੋਰ ਇਹਨਾਂ ਕੋਲ ਕੋਈ ਪੰਜਾਬ ਦਾ ਇਸ਼ੂ ਨਹੀਂ ਸੀਗਾ ਹੈਗਾ, ਕੋਈ ਡਿਵੈਲਪਮੈਂਟ ਦਾ ਇਸ਼ੂ ਨਹੀਂ ਹੈਗਾ। ਪਹਿਲਾਂ ਵੀ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਆ ਅੱਜ ਤੱਕ, ਉਹ ਕਹਿ ਰਹੇ ਕਿ ਦੇਸ਼ ਦੀ ਅਮਨ ਸ਼ਾਂਤੀ ਨੂੰ ਖਤਰਾ ਹੈ ਜੇ ਇਸੇ ਤਰੀਕੇ ਨਾਲ ਧਰਮ ਪਰਿਵਰਤਨ ਹੁੰਦਾ ਰਿਹਾ। ਜੀ ਦੇਖੋ, ਧਰਮ ਪਰਿਵਰਤਨ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਇੱਥੇ ਜੀ। ਅੱਜ ਵੀ ਲੋਕ ਜਿਹੜੇ ਆਪੋ ਆਪਣੇ ਧਰਮ ਦੇ ਵਿੱਚ ਜੁੜੇ ਹੋਏ ਨੇ, ਅੱਜ ਵੀ ਲੋਕਾਂ ਦੇ ਨਾਂ ਹੋਏ ਨੇ, ਅੱਜ ਵੀ ਲੋਕ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ, ਜਾ ਰਹੇ ਨੇ, ਔਰ ਉਸੇ ਸੰਸਕਾਰ ਦੇ ਵਿੱਚ, ਉਸੇ ਕਲਚਰ। ਚਲੋ ਥੋੜਾ ਜਿਹਾ ਹੋਲਡ ਕਰੋ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਰਿਐਕਸ਼ਨ ਤੁਹਾਡਾ ਜ਼ਰੂਰ ਲੈਣਾ। ਹਰਪ੍ਰੀਤ ਜੀ ਛੋਟਾ ਜਿਹਾ ਰੱਖਿਓ ਸਰ, 30 ਸੈਕਿੰਡਸ ਪਲੀਜ਼ ਆਪਣਾ ਕਮੈਂਟ। ਹਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਨੇ ਬਹੁਤ ਦੇਰ ਤੋਂ। ਕੇਵਲ ਨਿਰੋਲ ਧਰਮ ਪਰਿਵਰਤਨ ਤੇ ਘਰ ਵਾਪਸੀ ਤੇ ਹੋਣੀ ਚਾਹੀਦੀ ਸੀਗੀ। ਜੇ ਕੋਈ ਵੀ ਇੱਕ ਗੱਲ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਤ ਹੈ, ਕੋਈ ਕਹਿੰਦਾ DTMC ਗਲਤ ਹੈ ਜਾਂ ਕੋਈ ਹੋਰ ਆ, ਸਾਨੂੰ ਇਸ ਵਿਵਾਦ 'ਚ ਨਹੀਂ ਪੈਣਾ ਚਾਹੀਦਾ। ਕੱਲੇ ਸਨਾਤਨੀ ਨੂੰ, ਕੱਲੇ ਸਿੱਖ ਨੂੰ ਧਰਮ ਨਹੀਂ, ਉਹ ਕਹਿੰਦੇ ਕੋਈ ਧਰਮ, ਮੈਂ ਪੁਆਇੰਟ ਦੇ ਉੱਤੇ ਆਜਮਾ, ਆਪਾਂ ਸਮਾਂ ਨਾ ਖਰਾਬ ਕਰੀਏ। ਹਰਪ੍ਰੀਤ ਜੀ, ਜੋਸਫ ਜੀ ਕਹਿ ਰਹੇ ਧਰਮ ਪਰਿਵਰਤਨ ਕੋਈ ਚੀਜ਼ ਹੀ ਨਹੀਂ ਹੈ, ਧਰਮ ਪਰਿਵਰਤਨ ਕੋਈ, ਤੁਸੀਂ ਸ਼ਬਦ ਦਾ ਇਸਤੇਮਾਲ ਕਰਦੇ ਰਹੋ ਪਰ ਧਰਮ ਪਰਿਵਰਤਨ ਕੁਝ ਨਹੀਂ ਹੈ। ਵਾਸਕੋ ਡਾ ਗਾਮਾ ਨੇ, ਤੁਸੀਂ ਇਤਿਹਾਸ ਚੱਕ ਕੇ ਦੇਖੋ, ਧਰਮ ਪਰਿਵਰਤਨ ਕਰਾਉਣ ਵਾਸਤੇ ਹਜ਼ਾਰਾਂ ਬੰਦਿਆਂ ਦਾ ਕਤਲ ਕੀਤਾ। ਸੈਂਟ ਜ਼ੇਵੀਅਰ ਨੇ, ਜੇ ਕੋਈ ਧਰਮ ਪਰਿਵਰਤਨ ਨਹੀਂ ਕਰਦਾ ਸੀ ਉਹਦੀਆਂ ਬਾਹਾਂ ਵੱਢ ਦਿੱਤੀਆਂ ਜਾਂਦੀਆਂ ਸੀ, ਉਹਦੀਆਂ ਧੌਣਾਂ ਵੱਢ ਦਿੱਤੀਆਂ ਜਾਂਦੀਆਂ ਸੀਗੀਆਂ। ਹੁਣੀ ਪਿੱਛੇ ਜੇ ਝਾਰਖੰਡ ਦਾ ਕੇਸ ਹੈ, ਉੱਥੇ ਬਹੁਤ ਜ਼ਿਆਦਾ ਬੱਚਿਆਂ ਦਾ ਸ਼ੋਸ਼ਣ ਕੀਤਾ ਗਿਆ, ਸੈਕਸੁਅਲ ਸ਼ੋਸ਼ਣ ਕੀਤਾ ਗਿਆ। ਇਹਨਾਂ ਨੂੰ ਕੋਈ ਗੱਲ ਕਰੋ, ਗੱਲ ਬਾਰਡਰ ਏਰੀਏ ਦੀ ਕਰੋ, ਗੱਲ ਬਾਰਡਰ ਏਰੀਏ ਦੀ ਕਰੋ, ਰੋਮ ਦੇ ਵਿੱਚ ਇੱਕ ਦਿਨ ਦੇ ਵਿੱਚ 10,000 ਬੰਦਿਆਂ ਦਾ ਕਤਲ ਈਸਾਈਆਂ ਕੀਤਾ ਗਿਆ ਤੇ ਉਸ ਤੋਂ ਬਾਅਦ ਰੋਮ ਦੀ ਸਭਿਅਤਾ ਖਤਮ ਕਰਕੇ ਉੱਥੇ ਈਸਾਈਅਤ ਦਾ ਚੰਗਾ ਫੈਲਾਇਆ ਗਿਆ ਕਿ ਉਹ ਧਰਮ ਪਰਿਵਰਤਨ ਕਰਕੇ ਨਹੀਂ ਹੋਇਆ। ਆਪਾਂ ਇਤਿਹਾਸ ਪੜ੍ਹੋ, ਆਪਾਂ ਨੈਟ ਦੇਖੋ, ਤੁਸੀਂ ਖੰਗਾਲੋ ਤਾਂ ਸਹੀ, ਹਜੇ ਤਾਂ ਕੇਵਲ ਹੱਥ ਜੋੜ ਕੇ ਅਰਜ਼ੋਈ ਹੋ ਰਹੀ ਆ, ਫਿਰ ਧੌਣਾ ਵੀ ਵੱਢਣ ਤੇ ਛੇਤੀ ਆ ਜਾਣਗੇ। ਮੇਰੇ ਕੋਲ ਸਮਾਂ ਖਤਮ ਹੈ, ਮੈਨੂੰ ਵਾਈਂਡ ਅਪ ਕਰਨਾ ਹੋਏਗਾ ਸਰ, ਮੈਨੂੰ ਵਿਚਾਲੇ ਰੁਕਣਾ ਹੋਏਗਾ। ਪਰ ਚਾਵਲਾ ਜੀ ਇੱਕ ਛੋਟਾ ਜਿਹਾ ਕਮੈਂਟ ਸਰ, ਚਾਵਲਾ ਜੀ ਇੱਕ ਛੋਟਾ ਜਿਹਾ ਕਮੈਂਟ। ਠੀਕ ਹੈ ਜੋਸਫ ਜੀ ਥੋੜਾ ਜਿਹਾ ਹੋਲਡ ਕਰਿਓ ਇੱਕ ਵਾਰੀ, ਚਾਵਲਾ ਜੀ ਕੁਝ ਕਹਿਣਾ ਚਾਹ ਰਹੇ ਨੇ ਵਿਚਾਲੇ। ਚਾਵਲਾ ਜੀ ਦੇਖੋ, ਕਹਿੰਦੇ ਧਰਮ ਪਰਿਵਰਤਨ ਨਹੀਂ ਹੋ ਰਿਹਾ ਕੁਝ ਵੀ, ਉਹੀ ਸਰੂਪ, ਉਹੀ ਨਾਮ, ਸਭ ਕੁਝ ਸੇਮ ਹੈ, ਕੋਈ ਧਰਮ ਪਰਿਵਰਤਨ ਨਹੀਂ ਹੋ ਰਿਹਾ। ਕਿ ਬੇਸ਼ੱਕ ਲੋਕ ਈਸਾਈ ਭਾਈਚਾਰੇ ਦੇ ਨਾਲ ਆ ਕੇ ਜੁੜ ਰਹੇ ਨੇ ਪਰ ਇਸ ਨੂੰ ਧਰਮ ਪਰਿਵਰਤਨ ਨਾ ਕਹੋ। ਉਹਨਾਂ ਦੀ ਖੁਸ਼ੀ ਹੈ ਆ ਕੇ ਚਰਚ ਮੱਥਾ ਟੇਕਣ, ਉਹਨਾਂ ਦੀ ਖੁਸ਼ੀ ਹੈ ਜਾ ਕੇ ਗੁਰਦੁਆਰੇ 'ਚ ਮੱਥਾ ਟੇਕਣ, ਉਹਨਾਂ ਦੀ ਖੁਸ਼ੀ ਹੈ ਜਾ ਕੇ ਮੰਦਿਰ 'ਚ ਮੱਥਾ ਟੇਕਣ ਜਾਂ ਮਸਜਿਦ 'ਚ ਮੱਥਾ ਟੇਕਣ। ਕਦੀ ਵੀ ਕਿਸੇ ਨੂੰ ਫੋਰਸ ਕੀਤਾ, ਕਦੀ ਕਿਸੇ ਨੂੰ ਕੋਈ ਫੋਰਸ ਨਹੀਂ ਕੀਤਾ। ਠੀਕ ਹੈ, ਇੱਕ ਜਵਾਬ ਲੈ ਲੈਣ ਦਿਓ ਸਰ, ਜਵਾਬ ਲੈ ਲੈਣ ਦਿਓ। ਕੋਈ ਜ਼ਬਰਨ ਨਹੀਂ ਹੈ। ਇਹ ਮੈਂ ਪਹਿਲਾਂ ਗੱਲ ਕਹੀ ਸੀ ਕਿ ਚੀਟਰ ਲੋਕ ਹੈ, ਇਹਨਾਂ ਨੇ ਜਦੋਂ ਪਹਿਲਾਂ ਧਰਮ ਫੈਲਾਇਆ, ਇਹਨਾਂ ਦੇ ਕ੍ਰਾਈਸਟ ਨੇ ਖੁਦ ਉਦੋਂ ਚੀਟਿੰਗ ਕੀਤੀ ਹੈ। ਆ ਜੋ ਕੁਛ ਇਹਨਾਂ ਦੀ ਬਾਈਬਲ ਹੈ, ਇਦਾਂ ਦੀ ਗੱਲ ਆਪਾਂ ਇਦਾਂ ਦੀ ਗੱਲ ਨਾ ਕਰੀਏ ਜਿਹਦੇ ਨਾਲ ਕੋਈ ਸਮੁਦਾਇ ਭੜ ਕੇ ਐਸੀ ਗੱਲ ਨਾ ਕਰੀਏ, ਕਿਸੇ ਗੁਰੂ ਦੇ ਉੱਤੇ ਕੋਈ ਆਪਾਂ ਟਿੱਪਣੀ ਨਾ ਕਰੀਏ। ਆਪਾਂ ਕਿਸੇ ਵਿਸ਼ੇਸ਼ ਵਿਅਕਤੀ ਤੇ ਟਿੱਪਣੀ ਕਰ ਸਕਦੇ ਹਾਂ, ਆਪਾਂ ਕਿਸੇ ਗੁਰੂ ਤੇ ਟਿੱਪਣੀ ਨਾ ਕਰੀਏ, ਆਪਾਂ ਕ੍ਰਾਈਸਟ ਤੇ ਟਿੱਪਣੀ ਨਾ ਕਰੀਏ। ਮੈਂ ਗੁਜ਼ਾਰਿਸ਼ ਕਰੂੰਗਾ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੋਸਫ ਜੀ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਕਿ ਕੋਈ ਅਜਿਹੀ ਟਿੱਪਣੀ ਨਾ ਹੋਵੇ, ਕਿਉਂਕਿ ਧਰਮ ਦਾ ਸਤਿਕਾਰ, ਹਰ ਧਰਮ ਦਾ ਸਤਿਕਾਰ ਕਰਨਾ ਵੀ ਆਪਣੀ ਜ਼ਿੰਮੇਵਾਰੀ। ਇਹਨਾਂ ਨੂੰ ਵਾਪਸ ਲੈਣੇ ਪੈਣਗੇ ਸ਼ਬਦ। ਆਪਾਂ ਕ੍ਰਾਈਸਟ ਤੇ ਟਿੱਪਣੀ ਨਹੀਂ ਕਰਨੀ, ਕਿਸੇ ਵਿਸ਼ੇਸ਼ ਵਿਅਕਤੀ ਕੋਈ ਕਰ ਰਿਹਾ। ਇੱਕ ਵਾਰੀ ਕੰਪਲੀਟ ਕਰ ਲੈਣ ਦਿਓ।
ਕਿ ਸੇਂਟ ਜ਼ੇਵੀਅਰ ਵਾਪਸ ਤੇ ਕਿਉਂ ਲੈਣੇ ਕਤਲ ਨਹੀਂ ਬਣੇ ਆ? ਕੀਤੇ। ਚਾਵਲਾ ਜੀ, ਚਾਵਲਾ ਜੀ, complete ਕਰ ਲਓ, please। ਕਰਦੇ ਆ ਅਸੀਂ ਤਾਂ ਪਹਿਲਾਂ ਇਹ ਗੱਲ ਕਹੀ ਆ ਕਿ ਇਹ ਲੋਕ ਚੀਟਿੰਗ ਕਰਦੇ ਆ, ਸਾਡੇ ਸਰੂਪ ਨੂੰ ਵੀ ਸਾਡੇ ਨਾਵਾਂ ਨੂੰ ਵੀ ਕੋਈ ਅੱਗੇ ਤਾਂ ਨਾ ਜੋਸਫ ਹੋਰਾਂ ਦੇ ਨਾਂ ਨੂੰ ਤੁਸੀਂ ਬਦਲੇ, ਵਿਸ਼ੇਸ਼ ਇਨਸਾਨ ਤੇ ਟਿੱਪਣੀ ਕਰ ਸਕਦੇ ਹੋ, ਵਿਸ਼ੇਸ਼ ਆਦਮੀ ਤੇ ਟਿੱਪਣੀ ਕਰ ਸਕਦੇ ਹੋ, ਵਿਸ਼ੇਸ਼ ਪਾਸਟਰ ਤੇ ਟਿੱਪਣੀ ਕਰ ਸਕਦੇ ਹੋ, ਤੁਸੀਂ ਕ੍ਰਾਈਸਟ ਤੇ ਟਿੱਪਣੀ ਨਹੀਂ ਕਰ ਸਕਦੇ। ਉਹ ਅੱਗੇ ਚਲੋ ਠੀਕ ਹੈ, ਮੈਨੂੰ ਵਾਈਂਡ ਅਪ ਕਰਨਾ ਹੋਵੇਗਾ। ਜੋਸਫ ਜੀ, ਚਾਵਲਾ ਜੀ, ਮੈਂ ਮਾਫੀ ਚਾਹੂੰਗਾ ਵਿਚਾਲੇ ਤੁਹਾਨੂੰ ਰੋਕ ਰਹੇ ਹਾਂ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਹਰਪ੍ਰੀਤ ਜੀ ਧੰਨਵਾਦ, ਪੋਮਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਧਰਮ ਦਾ ਮੁੱਦਾ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੁੰਦਾ, ਇਸ ਕਰਕੇ ਇਸ ਦੇ ਉੱਤੇ ਜਦੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਬਹੁਤ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ। ਪਰ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਇਸ ਸਮੇਂ ਪੰਜਾਬ ਦੇ ਵਿੱਚ ਚਰਚਾ ਖੂਬ ਹੋ ਰਹੀ ਹੈ ਕਿ ਵਾਕਈ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਧਰਮ ਪਰਿਵਰਤਨ ਹੋ ਰਿਹਾ ਹੈ ਪੰਜਾਬ ਦੇ ਵਿੱਚ, ਕਿ ਸਿੱਖ ਭਾਈਚਾਰੇ ਦੇ ਲੋਕ ਈਸਾਈ ਭਾਈਚਾਰੇ ਦੇ ਵਿੱਚ ਜਾ ਰਹੇ ਨੇ। ਚਿੰਤਾ ਦਾ ਵਿਸ਼ਾ ਜ਼ਰੂਰ ਸਿੱਖ ਭਾਈਚਾਰਾ ਕਹਿ ਰਿਹਾ ਕਿ ਸਾਡੇ ਲਈ ਹੈ, ਪਰ ਦੂਜੇ ਪਾਸੇ ਘੋਖ ਦਾ ਵਿਸ਼ਾ ਵੀ ਹੈ ਕਿ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਖੈਰ, ਇਹ ਵੀ ਸਾਫ਼ ਕਰ ਦੇਵਾਂ ਕਿ ਪ੍ਰਾਈਮ ਟਾਈਮ ਦੇ ਵਿੱਚ ਜਿਹੜੇ ਅਸੀਂ ਮਹਿਮਾਨ ਸੱਦਦੇ ਹਾਂ, ਟਿੱਪਣੀਆਂ ਉਹਨਾਂ ਦੀਆਂ ਨਿੱਜੀ ਹੁੰਦੀਆਂ ਨੇ। ਨਿਊਜ਼ 18 ਪੰਜਾਬ ਉਹਨਾਂ ਟਿੱਪਣੀਆਂ ਦੇ ਨਾਲ ਇਤਫਾਕ ਨਹੀਂ ਰੱਖਦਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।